ਕੇਜਰੀਵਾਲ ਦੇ ਵੱਲੋਂ ਵੱਡੇ ਐਲਾਨ ਕਰ ਦਿੱਤੇ ਗਏ ਨੇ 300 ਯੂਨਿਟ ਬਿਜਲੀ ਦੇਣ ਦਾ ਉਹਨਾਂ ਨੇ ਦਾਅਵਾ ਕਰ ਦਿੱਤਾ ਆ। ਕੀ ਲੱਗਦਾ ਹੈ ਜਿਉਂ-ਜਿਉਂ ਚੋਣਾਂ ਨੇੜੇ ਆਉਣਗੀਆਂ ਸਾਰੀਆਂ ਹੀ ਪਾਰਟੀਆਂ ਇਹੋ ਜਿਹੇ ਐਲਾਨ ਬਹੁਤ ਸਾਰੇ ਕਰਨਗੀਆਂ। ਲੋਕ ਲੁਭਾਵਨੇ ਵਾਅਦੇ, ਅਕਾਲੀ ਦਲ, ਕਾਂਗਰਸ, ਆਪ, ਬੀਜੇਪੀ ਬਿਜਲੀ ਸਸਤੀ ਤੇ ਗੱਲ ਕਰੇ। ਪੰਜਾਬ ਦੇ ਅੰਦਰ ਬਿਜਲੀ ਸਸਤੀ ਕਿਵੇਂ ਹੋ ਜੇ 7 ਰੁਪਏ ਵਾਲੀ 3 ਰੁਪਏ ਹੋ ਜੇ ਤਾਂ ਕਿਸੇ ਨੂੰ ਨਹੀਂ ਦੁਖੇਗਾ। ਬਿਜਲੀ ਦੇ ਯੂਨਿਟ ਮਾਫ ਕਰਨਾ ਵੱਡਾ ਮੁੱਦਾ ਨਹੀਂ ਹੈ, ਉਹ ਕਰਨਾ ਚੰਗੀ ਗੱਲ ਹੈ, ਉਹ ਕੋਈ ਮਾੜੀ ਗੱਲ ਨਹੀਂ ਹੈ। ਪਰ ਵੱਡਾ ਮੁੱਦਾ ਪੰਜਾਬ ਦੇ ਅੰਦਰ ਲੋਕ ਕਹਿੰਦੇ ਆ ਬਿਜਲੀ ਸਸਤੀ ਦਿਓ ਸਾਨੂੰ। ਬਿਜਲੀ ਸਸਤੀ ਕਿਵੇਂ ਹੋਵੇ ਇਹਦੇ ਵੱਲ ਪਾਰਟੀਆਂ ਨੂੰ ਫੋਕਸ ਕਰਨ ਦੀ ਲੋੜ ਹੈ। ਇਹਦੇ ਵੱਲ ਅਰਵਿੰਦ ਕੇਜਰੀਵਾਲ ਵੀ ਫੋਕਸ ਕਰਨ, ਇਹਦੇ ਵੱਲ ਅਕਾਲੀ ਦਲ ਵੀ ਕਰੇ, ਕਾਂਗਰਸ ਵੀ ਕਰੇ, ਬੀਜੇਪੀ ਵੀ ਕਰੇ। ਸਰਕਾਰ ਕਿਸੇ ਦੀ ਵੀ ਆ ਸਕਦੀ ਹੈ। ਲੱਗਦਾ ਕਿ ਸਰਕਾਰ ਬਣਾਉਂਦੀ ਹੈ ਆਪ ਤੇ ਇਹ ਲਾਗੂ ਵੀ ਹੋ ਜਾਂਦਾ ਆ ਤੇ ਇਹਦੇ ਨਾਲ ਕਰਪਸ਼ਨ ਵੱਧ ਸਕਦੀ ਹੈ। ਰੀਡਿੰਗ 'ਚ ਵੀ ਸੈਟਿੰਗ ਹੋਣ ਲੱਗ ਗਈ। ਜਿਹਨੇ ਰੀਡਿੰਗ ਲੈਣ ਆਉਣਾ ਉਹ ਰੀਡਿੰਗ ਵਾਲੇ ਨਾਲ ਸੈਟਿੰਗ ਕਰ ਲੇ ਕਿ ਸਾਡਾ 300 ਤੋਂ ਘੱਟ ਦਿਖਾ ਦੇ। 300 ਤੋਂ ਘੱਟ ਉਹ ਦਿਖਾ ਦੇਗਾ, ਬਿਜਲੀ ਦਾ ਬਿੱਲ ਤੁਹਾਡਾ ਨਹੀਂ ਆਏਗਾ। ਪੈਸੇ ਵੰਡ ਕੇ ਤੁਸੀਂ ਉਸ ਜਿਹੜਾ ਮੀਟਰ ਵਾਲਾ ਆ ਰਿਹਾ, ਕਰਪਸ਼ਨ ਐ ਹੁੰਦੀ ਹੈ। ਪਹਿਲਾਂ ਕੀ ਆ, ਬਾਦਲ ਸਰਕਾਰ ਸੀ, ਕੈਪਟਨ ਸਰਕਾਰ ਨੇ ਆਉਣ ਤੋਂ ਪਹਿਲਾਂ ਕਿਹਾ, ਕੈਪਟਨ ਹੋਰਾਂ ਨੇ ਜਾਂ ਜਾਖੜ ਹੋਰਾਂ ਨੇ ਕਿ ਅਸੀਂ ਇਹ ਪਾਵਰ ਐਗਰੀਮੈਂਟ ਰਿਵਿਊ ਕਰਾਂਗੇ। ਪੰਜਾਬ ਦੇ ਲੋਕਾਂ ਤੇ ਬਹੁਤ ਵੱਡਾ ਬੋਝ ਆ, ਉਹ ਅੱਜ ਤੱਕ ਰਿਵਿਊ ਨਹੀਂ ਹੋਈ। ਕਿਉਂਕਿ ਵੱਡਾ ਕਾਰਪੋਰੇਟ ਸ਼ਾਮਲ ਹੈ, ਅਫਸਰ ਉਹਦੇ ਨਾਲ ਸੈੱਟ ਨੇ, ਮੰਤਰੀ ਸੈੱਟ ਨੇ, ਸਰਕਾਰ ਸੈੱਟ ਆ ਜੇ ਕਹਿਣਾ ਹੋਵੇ। ਕਿ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਹੋਏ ਨੇ, ਜਿਹੜੇ ਪ੍ਰਾਈਵੇਟ ਪਲੇਅਰ ਪੰਜਾਬ ਦੇ ਅੰਦਰ ਆਏ ਆ, ਉਹਨਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਪੰਜਾਬ ਦਾ ਇਸ ਐਂਗਲ ਤੋਂ। ਉਹਨਾਂ ਦੇ ਉੱਤੇ ਕੋਈ ਡੰਡਾ ਹੀ ਨਹੀਂ ਹੈਗਾ ਸਰਕਾਰ ਦਾ। ਜੇ ਅੱਜ ਉਹ ਪਾਵਰ ਪਰਚੇਜ਼ ਐਗਰੀਮੈਂਟ ਦੀ ਮੈਨੂੰ ਲੱਗਦਾ ਗੱਲ ਕਰਦੇ ਅਰਵਿੰਦ ਕੇਜਰੀਵਾਲ ਤਾਂ ਜ਼ਿਆਦਾ ਬਿਹਤਰ ਹੁੰਦਾ, ਕਿਉਂਕਿ ਪਾਵਰ ਪਰਚੇਜ਼ ਐਗਰੀਮੈਂਟ ਦੇ ਨਾਲ ਪੂਰੀ ਗੇਮ ਬਦਲ ਜਾਏਗੀ। ਕਹਿੰਦੇ ਚਿੱਟਾ ਹਾਥੀ ਬੰਨ ਲਿਆ। ਇਹ ਜਿਹੜੇ ਥਰਮਲ ਪਲਾਂਟ ਨੇ ਇਹ ਚਿੱਟੇ ਹਾਥੀ ਨੇ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਵਾਅਦੇ ਕੀਤੇ ਸੀ ਆਉਣ ਤੋਂ ਪਹਿਲਾਂ ਸੱਤਾ 'ਚ, ਯਾਨੀ ਉਹਨਾਂ ਦੇ ਮੈਨੀਫੈਸਟੋ ਨੇ, ਉਹਨਾਂ ਦੇ ਲੀਡਰਾਂ ਨੇ ਸਟੇਜ ਤੋਂ ਇਹ ਬੋਲੀਆਂ ਸੀ ਗੱਲਾਂ। ਜੇ ਨਹੀਂ ਕਰਨੀਆਂ ਸੀ ਨਾ ਕਹਿੰਦੇ। ਕੇਜਰੀਵਾਲ ਇੱਕ ਗੱਲ ਹੋਰ ਜੇ ਕਹਿ ਸਕਦੇ ਸੀ, ਦਿੱਲੀ ਦੇ ਅੰਦਰ ਜਿਹੜੀ ਇਲੈਕਟ੍ਰਿਸਿਟੀ ਡਿਊਟੀ ਆ ਉਹ 5% ਆ, ਪੰਜਾਬ 'ਚ 20% ਆ, ਦੇਸ਼ ਸਭ ਤੋਂ ਜ਼ਿਆਦਾ। ਜੇ ਤੁਸੀਂ 5% ਕਰ ਦਿਓ ਪੰਜਾਬ 'ਚ, ਦਿੱਲੀ 'ਚ 5% ਆ ਇਲੈਕਟ੍ਰਿਸਿਟੀ ਡਿਊਟੀ। ਜੇ ਪੰਜਾਬ ਦੇ ਅੰਦਰ ਵੀ ਇਲੈਕਟ੍ਰਿਸਿਟੀ ਡਿਊਟੀ 5% ਕਰ ਦਿੱਤੀ ਜਾਵੇ, ਯਾਨੀ 15% ਘਟ ਗਿਆ, ਕਿੰਨਾ ਵੱਡਾ ਫਾਇਦਾ ਪੰਜਾਬ ਦਾ ਹੋ ਜਾਏਗਾ। 300 ਯੂਨਿਟਾਂ ਦੀ ਲੋੜ ਹੀ ਨਹੀਂ ਹੈ। ਗੁਜਰਾਤ ਮਾਡਲ ਵੀ ਬਹੁਤ ਵੱਡੇ ਪੱਧਰ ਤੇ ਪ੍ਰਾਈਵੇਟ, ਪਰ ਉਹਨਾਂ ਨੇ ਇੱਕ ਗੱਲ ਐਗਰੀਮੈਂਟ 'ਚ ਲਿਖੀ ਕਿ ਜਦੋਂ ਸਾਨੂੰ ਲੋੜ ਹੋਏਗੀ ਸਭ ਤੋਂ ਜ਼ਿਆਦਾ ਬਿਜਲੀ ਦੀ, ਉਦੋਂ ਤੁਹਾਨੂੰ ਸਭ ਤੋਂ ਪਹਿਲਾਂ ਦੇਣੀ ਪਏਗੀ। ਤੇ ਉਹ ਪੰਜਾਬ ਦੀ ਆਪਦੀ ਮਨਮਰਜ਼ੀ ਕਰ ਰਹੇ ਨੇ ਪ੍ਰਾਈਵੇਟ ਪਲੇਅਰ। ਤਾਂ ਜਿਹੜੇ ਇਸ ਤਰ੍ਹਾਂ ਦਾ ਕਾਰਪੋਰੇਟ ਮਨਮਰਜ਼ੀ ਕਰਦਾ, ਉਹਦੇ ਤੇ ਕੌਣ ਕਾਰਵਾਈ ਕਰੇਗਾ? ਮੈਂ ਤਾਂ ਕਹਿੰਦਾ ਇਲੈਕਸ਼ਨ ਜਿਹੜਾ ਮੈਨੀਫੈਸਟੋ ਆ ਉਹ ਲੀਗਲ ਡਾਕੂਮੈਂਟ ਬਣਨਾ ਚਾਹੀਦਾ, ਉਹ ਕਾਨੂੰਨੀ ਦਸਤਾਵੇਜ਼ ਬਣਨਾ ਚਾਹੀਦਾ ਕਿ ਜੋ ਵਾਅਦਾ ਕੀਤਾ ਉਹ ਪੂਰਾ ਹੋ। ਕੇਜਰੀਵਾਲ ਨੇ ਪੰਜਾਬ ਦੇ ਵਿੱਚ ਪਾਵਰ ਪੋਲਿਟਿਕਸ ਕੀਤੀ ਹੈ, ਯਾਨੀ ਕਿ ਬਿਜਲੀ ਦੀ ਰਾਜਨੀਤੀ। ਆਖਿਰ ਪੰਜਾਬ ਦੇ ਵਿੱਚ ਬਿਜਲੀ ਦਾ ਮੁੱਦਾ ਕੀ ਹੈ, ਬਿਜਲੀ ਦੀ ਸਿਆਸਤ ਕੀ ਹੈ, ਇਸੇ ਨੂੰ ਹੀ ਡੀਕੋਡ ਕਰਦੇ ਹਾਂ ਸਾਡੇ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ। ਤੇ ਗੱਲਬਾਤ ਕਰਦੇ ਹਾਂ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਹੁਣਾਂ ਦੇ ਨਾਲ। ਤਾਂ ਯਾਦਵਿੰਦਰ ਜੀ, ਅੱਜ ਕੇਜਰੀਵਾਲ ਦੇ ਵੱਲੋਂ ਵੱਡੇ ਐਲਾਨ ਕਰ ਦਿੱਤੇ ਗਏ ਨੇ। 300 ਯੂਨਿਟ ਬਿਜਲੀ ਦੇਣ ਦਾ ਉਹਨਾਂ ਨੇ ਦਾਅਵਾ ਕਰ ਦਿੱਤਾ ਆ। ਕੀ ਲੱਗਦਾ ਹੈ, ਕਿਵੇਂ ਦੇਖਦੇ ਇਸ ਨੂੰ ਕਿ ਪੂਰਾ ਹੋ ਸਕਦਾ? ਦੇਖੋ, 300 ਯੂਨਿਟ ਜਿਹੜਾ ਉਹਨਾਂ ਨੇ ਐਲਾਨ ਕੀਤਾ ਉਹ ਚੰਗਾ ਐਲਾਨ ਆਗਾ। ਔਰ ਜਿਉਂ-ਜਿਉਂ ਚੋਣਾਂ ਨੇੜੇ ਆਉਣਗੀਆਂ ਸਾਰੀਆਂ ਹੀ ਪਾਰਟੀਆਂ ਇਹੋ ਜਿਹੇ ਐਲਾਨ ਬਹੁਤ ਸਾਰੇ ਕਰਨਗੀਆਂ। ਲੋਕ ਲੁਭਾਵਨੇ ਵਾਅਦੇ, ਕਿਉਂਕਿ ਕੇਜਰੀਵਾਲ ਨੇ ਦਿੱਲੀ 'ਚ ਇੱਕ ਹੱਦ ਤੱਕ ਇਹ ਚੀਜ਼ਾਂ ਨੂੰ ਕੀਤਾ ਤੇ ਪਾਣੀ ਤੇ ਬਿਜਲੀ ਦੇ ਬਾਰੇ ਉਹਨਾਂ ਦਾ ਇੱਕ ਮਾਡਲ ਆ, ਤਾਂ ਲੋਕ ਵਿਸ਼ਵਾਸ, ਆਪਾਂ ਕੱਲ੍ਹ ਵੀ ਕਿਹਾ ਕਿ ਕਰਨਗੇ ਇਸ ਗੱਲ ਦੇ ਉੱਤੇ। ਪਰ ਬਹੁਤ ਸਾਰੇ ਇਸ਼ੂ ਨੇ ਇਹਦੇ ਨਾਲ ਜੁੜੇ ਹੋਏ। ਜਿਵੇਂ ਪੰਜਾਬ ਦੇ ਅੰਦਰ ਜਿਹੜੇ ਟੋਟਲ 1 ਕਰੋੜ ਉਪਭੋਗਤਾ ਨੇ, 1 ਕਰੋੜ ਕੰਜ਼ੂਮਰ ਨੇ ਬਿਜਲੀ ਦੇ, ਜਿਨ੍ਹਾਂ 'ਚੋਂ 70 ਲੱਖ ਘਰੇਲੂ ਨੇ ਤੇ 21 ਲੱਖ ਨੇ ਜਿਹੜੇ 21 ਲੱਖ ਨੂੰ 200 ਯੂਨਿਟ ਆਲਰੇਡੀ ਮਾਫ ਮਿਲ ਰਹੀ ਹੈ। ਯਾਨੀ ਜੇ ਕੇਜਰੀਵਾਲ ਨੇ ਮਾਫ ਕੀਤੀ ਇਸ ਤੋਂ ਪਹਿਲਾਂ, ਚਾਹੇ ਅਕਾਲੀਆਂ ਨੇ ਕੀਤੀ ਸੀ, ਉਹ ਵੀ ਚੰਗਾ ਕਦਮ ਸੀ ਜੀ, ਔਰ ਚਾਹੇ ਕਾਂਗਰਸ ਦੇ ਰਹੀ ਆ, ਉਹ ਵੀ ਚੰਗਾ ਕਦਮ ਆ। ਉਹਦੇ 'ਚ ਕੀ ਹੈਗਾ, ਦੇਖੋ ਵੈਲਫੇਅਰ ਸਟੇਟ ਦੇ ਅੰਦਰ, ਵੈਲਫੇਅਰ ਸਟੇਟ ਦਾ ਕੰਮ ਹੁੰਦਾ ਹੈ ਜਿਹੜੇ ਹਾਸ਼ੀਏ ਤੇ ਪਏ ਲੋਕ ਨੇ, ਗਰੀਬ ਲੋਕ ਨੇ, ਉਹਨਾਂ ਦੀ ਮਦਦ ਕਰਨਾ ਜੀ। ਤਾਂ ਇਹ ਪਹਿਲੀਆਂ ਸਰਕਾਰਾਂ 'ਚ ਵੀ ਹੁੰਦਾ ਰਿਹਾ, ਪਰ ਕੇਜਰੀਵਾਲ ਉਹਨੂੰ ਐਡਵਾਂਸ ਕਰਕੇ ਕਰਨ ਦੀ ਗੱਲ ਕਹਿ ਰਹੇ ਨੇ ਜੇ ਉਹ ਸੱਤਾ 'ਚ ਆਉਂਦੇ ਨੇ। ਤੇ ਕੀਤਾ ਉਹਨਾਂ ਨੇ ਐਲਾਨ ਇਹੀ ਹੈ, ਕਿਉਂਕਿ ਦਿੱਲੀ 'ਚ ਉਹਨਾਂ ਦਾ ਮਾਡਲ ਸਕਸੈਸਫੁਲ ਰਿਹਾ। ਦਿੱਲੀ ਜਦੋਂ ਪਾਣੀ ਬਿਜਲੀ ਇੱਕ ਬੇਸਿਕ ਮੁੱਦੇ ਨੇ, ਜਦੋਂ ਬੇਸਿਕ ਮੁੱਦਿਆਂ ਤੇ ਤੁਸੀਂ ਕਹਿੰਦੇ ਹੋ, ਜਿਵੇਂ ਉਹਨਾਂ ਨੇ ਕਲੀਅਰ ਕੀਤਾ ਕਿ 300 ਹੀ ਨਹੀਂ, 300 ਤਾਂ ਬਿਲਕੁਲ ਮਾਫ ਹੋ, ਉਦੋਂ ਅਗਲੇ 1 ਯੂਨਿਟ ਦੇ ਉੱਤੇ ਪੈਸੇ ਲੱਗਣਗੇ। ਇਹ ਗੱਲ ਬਾਅਦ 'ਚੋਂ ਰਾਘਵ ਚੱਡਾ ਨੇ ਕਲੀਅਰ ਕੀਤੀ। ਕੇਜਰੀਵਾਲ ਨੇ ਪ੍ਰੈਸ ਕਾਨਫਰੰਸ 'ਚ ਕੋਈ ਜ਼ੋਰ ਕਿਹਾ ਸੀ, ਪਰ ਰਾਘਵ ਚੱਡਾ ਨੇ ਕਿਹਾ ਨਹੀਂ, 300 ਯੂਨਿਟ ਪੱਕੇ ਮਾਫ ਨੇ, 300 ਤੋਂ ਜਿਹੜਾ ਅਗਲਾ ਯੂਨਿਟ ਹੋਊਗਾ ਉਹਦੇ ਤੇ ਪੈਸੇ ਲੱਗਣਗੇ। ਇਸ ਤਰ੍ਹਾਂ ਦੀ ਗੱਲ ਕਹੀ ਗਈ ਆ। ਤਾਂ ਜਦੋਂ ਵੀ, ਜੇ ਮੈਂ ਕਹਿ ਰਿਹਾ ਕਿ ਚੋਣਾਂ ਆਉਂਦੀਆਂ ਨੇ, ਹਰ ਪਾਰਟੀ ਨੇ ਵਾਅਦੇ ਕਰਦੇ ਹੁੰਦੇ ਨੇ, ਤੇ ਜਿਹੜੇ ਪਹਿਲਾਂ ਕੀਤੇ ਗਏ ਨੇ, ਜਿਹੜੇ ਵੈਲਫੇਅਰ ਦੇ ਕੰਮ ਨੇ, ਉਹ ਚੰਗੇ ਕੰਮ ਨੇ, ਜਿਹੜੇ ਖਾਸ ਤੌਰ ਦੇ ਉੱਤੇ ਸਾਡੇ ਸਮਾਜ 'ਚ ਇੱਕ ਪੱਕਾ ਇਹ ਸ਼ੁਰੂ ਤੋਂ ਡੈਮੋਕ੍ਰੇਸੀ 'ਚ ਰਿਹਾ ਕਿ ਜਿਹੜੇ ਵਰਗ ਨਹੀਂ ਉੱਠੇ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਸੱਭਿਆਚਾਰਕ ਤੌਰ ਤੇ,
ਉਹਨਾਂ ਦੀ ਉਂਗਲ ਫੜ ਕੇ ਉਹਨਾਂ ਨੂੰ ਅੱਗੇ ਕਿਵੇਂ ਲੈ ਕੇ ਆਉਣਾ, ਯਾਨੀ ਉਹਨਾਂ ਦੀ ਆਰਥਿਕ ਮਦਦ ਕਿਵੇਂ ਕਰਨੀ ਹੈ, ਸਮਾਜਿਕ ਮਦਦ ਕਿਵੇਂ ਕਰਨੀ ਹੈ। ਜਿਵੇਂ ਰਿਜ਼ਰਵੇਸ਼ਨ ਦਾ ਕਨਸੈਪਟ ਸਮਾਜਿਕ ਮਦਦ 'ਚੋਂ ਆਇਆ ਹੋਇਆ, ਇਸੇ ਤਰੀਕੇ ਦੇ ਨਾਲ ਆਰਥਿਕਤਾ ਦਾ ਕਨਸੈਪਟ ਆ ਜਿਹੜਾ ਆਇਆ ਹੋਇਆ ਕਿ ਆਰਥਿਕ ਮਦਦ ਕਰੋ। ਤਾਂ ਪੂਰੀ ਦੁਨੀਆ ਦੀ ਵੈਲਫੇਅਰ ਸਟੇਟ 'ਚ ਹੁੰਦਾ ਹੈ। ਤਾਂ ਇਹ ਤਾਂ ਆਪਣੇ ਆਪ ਦੇ ਅੰਦਰ ਹੈ ਕਿ ਮਸਲਾ ਇਹ ਹੈ ਕਿ ਕਿਵੇਂ ਨਾ ਕਿਵੇਂ ਵੋਟਰਾਂ ਨੂੰ ਵੀ ਲੁਭਾ ਲਿਆ ਜਾਵੇ ਕੋਈ ਨਾ ਕੋਈ। ਹਾਲਾਂਕਿ ਇਹ ਪੈਸੇ ਹੀ ਹੁੰਦੇ ਨੇ ਕਿ ਇੱਧਰੋਂ ਪੈਸੇ ਕੱਢ ਲਏ ਇੱਧਰ ਦੇਤੇ, ਕਿਤੇ ਕੋਈ ਟੈਕਸ ਲੱਗ ਰਿਹਾ ਹੁੰਦਾ। ਸਬਸਿਡੀ ਦੀ ਸਾਰੀ ਗੇਮ ਹੀ ਇਹ ਅਸਲ 'ਚ। ਪਰ ਇਹ ਨਹੀਂਗਾ ਕਿ ਵੈਲਫੇਅਰ ਸਟੇਟ 'ਚ ਨਹੀਂ ਕਰਨਾ ਚਾਹੀਦਾ। ਮੇਰਾ ਮੰਨਣਾ ਹੈਗਾ ਕਿ ਜਿਹੜੇ ਗਰੀਬ ਲੋਕ ਨੇ, ਚਾਹੇ ਉਹਨਾਂ ਲਈ ਅਕਾਲੀ ਦਲ ਕਰੇ, ਚਾਹੇ ਕਾਂਗਰਸ ਕਰੇ, ਚਾਹੇ ਆਪ ਕਰੇ, ਚਾਹੇ ਬੀਜੇਪੀ ਕਰੇ, ਕੋਈ ਵੀ ਕਰੇ, ਇਹ ਇੱਕ ਵਧੀਆ ਕਦਮ ਆ ਜਿਹੜੀ ਵੀ ਪਾਰਟੀ ਕਰਦੀ ਹੈ। ਉਹੀ ਨਾ, ਬਿਜਲੀ ਦਾ ਮੁੱਦਾ ਹੈ ਕੀ ਆ? ਇੱਕ ਪਾਸੇ ਤਾਂ ਬਿਜਲੀ ਸਸਤੀ ਦੇਣ ਦਾ ਦਾਅਵਾ ਕਰ ਦਿੱਤਾ ਜਾਂਦਾ, ਦੂਜੇ ਪਾਸੇ ਜਿਹੜੀਆਂ ਯੂਨਿਟ ਉਹ ਵਧਾ ਦਿੱਤੀਆਂ ਜਾਂਦੀਆਂ। ਨਹੀਂ, ਅਸਲ 'ਚ ਦੋ ਮੁੱਦੇ ਨੇ ਇਹ, ਸਸਤੀ ਬਿਜਲੀ ਤੇ ਯੂਨਿਟ ਮਾਫ ਕਰਨੇ। ਇਹ ਯੂਨਿਟ ਮਾਫ ਕੀਤੇ ਗਏ ਨੇ, ਯਾਨੀ 300 ਯੂਨਿਟ। ਤੇ ਅਸਲ 'ਚ ਪੰਜਾਬ ਦੇ ਅੰਦਰ ਜਿਹੜੇ ਭਾਈਚਾਰੇ ਕਿਹਨਾਂ ਨੂੰ ਮਾਫ ਆ? ਐਸਸੀ ਭਾਈਚਾਰਾ, ਅਨੁਸੂਚਿਤ ਜਾਤੀ ਭਾਈਚਾਰਾ, ਬੈਕਵਰਡ ਕਲਾਸਿਸ, BC ਭਾਈਚਾਰਾ, BPL ਬਿਲੋ ਪਾਵਰਟੀ ਲਾਈਨ, ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਨੇ ਉਹਨਾਂ ਨੂੰ, ਤੇ ਸੁਤੰਤਰਤਾ ਸੈਨਾਨੀ। 4 ਵਰਗ ਨੇ, SC BC BPL ਤੇ ਸੁਤੰਤਰਤਾ ਸੈਨਾਨੀ। ਇਹਨਾਂ ਨੂੰ ਬਿਜਲੀ ਇਹ ਮਾਫ ਆ 200 ਯੂਨਿਟ ਤੱਕ। ਹੁਣ ਕੇਜਰੀਵਾਲ ਕਹਿ ਰਿਹਾ ਸਾਡੀ ਸਰਕਾਰ ਆ ਜਾਏਗੀ 3 ਤੱਕ। ਮਸਲਾ ਇਕੱਲਾ ਹੀ ਨਹੀਂ ਆ, ਜਨਰਲ ਵਰਗ ਆ ਪੰਜਾਬ ਦੇ ਅੰਦਰ, ਤਾਂ ਮਸਲਾ ਬਿਜਲੀ ਸਸਤੀ ਦਾ ਹੈ। ਕੇਜਰੀਵਾਲ ਨੇ ਜੋ ਕੀਤਾ ਠੀਕ ਹੈਗਾ, ਜੋ ਕਾਲੀਆਂ ਨੇ ਕੀਤਾ ਉਹ ਵੀ ਠੀਕ ਹੈ ਇੱਕ ਲੈਵਲ ਦੇ ਉੱਤੇ, ਯਾਨੀ ਜੋ ਯੂਨਿਟ ਮਾਫ ਕੀਤੇ, ਤੇ ਜੋ ਕਾਂਗਰਸ ਕਰਦੀ ਹੈ ਉਹ ਵੀ ਠੀਕ ਹੈ। ਪਰ ਗੱਲ ਬਿਜਲੀ ਸਸਤੀ ਦੀ, ਉਹਦੇ ਤੇ ਕੋਈ ਗੱਲ ਨਹੀਂ ਕਰਦਾ। ਅਕਾਲੀ ਦਲ, ਕਾਂਗਰਸ, ਆਪ, BJP ਬਿਜਲੀ ਸਸਤੀ ਤੇ ਗੱਲ ਕਰੇ ਕਿ ਬਿਜਲੀ ਸਸਤੀ ਕਿਵੇਂ ਹੋਵੇ। ਯਾਨੀ ਜਿਹੜਾ ਯੂਨਿਟ ਪੰਜਾਬ ਦੇ ਅੰਦਰ 7 ਰੁਪਏ 20 ਪੈਸੇ ਦਾ, ਇੱਕ ਐਵਰੇਜ ਦੀ ਗੱਲ ਕਰ ਰਿਹਾ ਮੈਂ, ਐਵਰੇਜ ਜਿਹੜੀ ਆ ਉਹ 7 ਰੁਪਏ 20 ਪੈਸੇ ਆ, ਤਾਂ ਪੰਜਾਬ ਦੇ ਅੰਦਰ ਬਿਜਲੀ ਸਸਤੀ ਕਿਵੇਂ ਹੋਵੇ? ਜੇ 7 ਰੁਪਏ ਵਾਲੀ 3 ਰੁਪਏ ਹੋ ਜੇ ਤਾਂ ਕਿਸੇ ਨੂੰ ਨਹੀਂ ਦੁਖੇਗਾ, ਨਾ SC ਭਾਈਚਾਰੇ ਨੂੰ, ਨਾ ਹੋਰਾਂ ਨੂੰ। ਉਹਨਾਂ ਨੂੰ ਵੀ ਫਿਰ ਵੀ ਉਹਨਾਂ ਨੂੰ ਛੋਟ ਦੇ ਦਿਓ ਤੁਸੀਂ, ਬਾਕੀਆਂ ਨੂੰ ਵੀ, ਜਨਰਲ ਵਰਗ ਨੂੰ ਵੀ, ਸਾਰੇ ਪੰਜਾਬ ਨੂੰ ਤੁਸੀਂ ਉਹ 'ਚ ਸਮੋ ਕਿ ਅਸੀਂ ਆਹ ਤੁਹਾਡਾ ਬਿਜਲੀ ਸਸਤੀ ਕਰਦੇ ਹਾਂ। ਬਿਜਲੀ ਦੇ ਯੂਨਿਟ ਮਾਫ ਕਰਨਾ ਵੱਡਾ ਮੁੱਦਾ ਨਹੀਂ ਹੈ, ਉਹ ਕਰਨਾ ਚੰਗੀ ਗੱਲ ਹੈ, ਉਹ ਕੋਈ ਮਾੜੀ ਗੱਲ ਨਹੀਂ ਹੈ। ਪਰ ਵੱਡਾ ਮੁੱਦਾ ਪੰਜਾਬ ਦੇ ਅੰਦਰ ਲੋਕ ਕਹਿੰਦੇ ਆ ਬਿਜਲੀ ਸਸਤੀ ਦਿਓ ਸਾਨੂੰ। ਜਿਵੇਂ ਚੰਡੀਗੜ੍ਹ ਦੇ ਅੰਦਰ ਬਿਜਲੀ ਸਸਤੀ ਹੈ, ਚੰਡੀਗੜ੍ਹ ਦੇ ਅੰਦਰ 5 ਰੁਪਏ 30 ਪੈਸੇ ਐਵਰੇਜ ਆ, ਵਾਧਾ ਘਟਦਾ ਹੁੰਦਾ ਯੂਨਿਟ ਦੇ ਹਿਸਾਬ ਦੇ ਨਾਲ, ਜਿੰਨੀਆਂ ਯੂਨਿਟਾਂ ਵਧੀਆਂ ਘਟ ਗਈਆਂ, ਪਰ ਐਵਰੇਜ ਆ ਜਿਹੜਾ ਉਹ 5 ਰੁਪਏ 30 ਪੈਸੇ ਆ। ਪੰਜਾਬ 7 ਰੁਪਏ 20 ਪੈਸੇ ਐਵਰੇਜ। ਤੇ ਇਸ ਕਰਕੇ ਸਸਤੀ ਬਿਜਲੀ ਮੁੱਦਾ, ਬਿਜਲੀ ਸਸਤੀ ਕਿਵੇਂ ਹੋਵੇ, ਇਹਦੇ ਵੱਲ ਪਾਰਟੀਆਂ ਨੂੰ ਫੋਕਸ ਕਰਨ ਦੀ ਲੋੜ ਹੈ। ਇਹਦੇ ਵੱਲ ਅਰਵਿੰਦ ਕੇਜਰੀਵਾਲ ਵੀ ਫੋਕਸ ਕਰਨ, ਇਹਦੇ ਵੱਲ ਅਕਾਲੀ ਦਲ ਵੀ ਕਰੇ, ਕਾਂਗਰਸ ਵੀ ਕਰੇ, BJP ਵੀ ਕਰੇ। ਸਰਕਾਰ ਕਿਸੇ ਦੀ ਵੀ ਆ ਸਕਦੀ ਹੈ, ਜਿਹਦੇ ਵੀ ਸਰਕਾਰ ਆਏਗੀ ਲੋਕਾਂ ਦਾ ਵੀ ਪ੍ਰੈਸ਼ਰ ਹੋਣਾ ਚਾਹੀਦਾ ਹੈ ਇਹਨਾਂ ਪੋਲੀਟੀਕਲ ਪਾਰਟੀਆਂ ਤੇ ਕਿ ਬਿਜਲੀ ਸਸਤੀ ਕਰੋ ਸਾਨੂੰ। ਜੇ ਬਿਜਲੀ ਸਸਤੀ ਨਹੀਂ ਕਰੋਗੇ ਸਾਡਾ ਨੁਕਸਾਨ ਹੋਏਗਾ, ਔਰ ਬਿਜਲੀ ਸਸਤੀ ਹੋਣ ਦੇ ਨਾਲ ਬਹੁਤ ਸਾਰੇ ਮਸਲੇ ਆਪੇ ਹੱਲ ਹੋ ਜਾਣਗੇ। ਲੋੜ ਨਹੀਂ ਹੈ ਪਾਪੂਲਿਜ਼ਮ ਕਰਨ ਦੀ, ਇਹ ਪਾਪੂਲਿਜ਼ਮ ਵੀ ਹੁੰਦਾ। ਪਾਪੂਲਿਜ਼ਮ ਤੇ ਰੌਲਾ ਬਹੁਤ ਪੈਂਦਾ ਕਿ ਪਾਪੂਲਿਜ਼ਮ ਕਿਉਂ ਹੁੰਦਾ ਗਾ, ਤਾਂ ਪਾਪੂਲਿਜ਼ਮ ਨਹੀਂ ਹੋਣਾ ਚਾਹੀਦਾ, ਬਿਜਲੀ ਸਸਤੀ ਮਿਲਣੀ ਚਾਹੀਦੀ ਹੈ। ਉਹੀ ਜੇ ਲੱਗਦਾ ਕਿ ਸਰਕਾਰ ਬਣਾਉਂਦੀ ਹੈ ਆਪ ਤੇ ਇਹ ਲਾਗੂ ਵੀ ਹੋ ਜਾਂਦਾ ਆ, ਤੇ ਇਹਦੇ ਨਾਲ ਕਰਪਸ਼ਨ ਵੱਧ ਸਕਦੀ ਹੈ। ਦੇਖੋ, ਪਹਿਲਾਂ ਤਾਂ ਮੈਂ ਇਸੇ ਗੱਲ ਦੇ ਉੱਤੇ ਜਿਵੇਂ 300 ਯੂਨਿਟ ਦੀ ਹੁਣ ਗੱਲ ਹੈਗੀ, 300 ਯੂਨਿਟ ਕਰਤਾ, ਪਹਿਲਾਂ 200 ਯੂਨਿਟ 'ਚ ਵੀ ਇਹ ਹੁੰਦਾ ਸੀ। ਦੇਖਿਆ ਬਹੁਤ ਸਾਰੇ ਲੋਕ ਨੇ ਜਿਹੜੇ ਕੀ ਕਰਦੇ ਆ, ਇੱਕੋ ਘਰ 'ਚ ਮੰਨ ਲਓ 400 ਯੂਨਿਟ ਆ ਰਹੇ ਆ ਤਾਂ 2 ਮੀਟਰ ਲਵਾ ਦੇਣਗੇ, 200 ਦੇ। 300 ਵਾਲੇ ਦੇ ਅੰਦਰ ਵੀ ਇਹ ਹੋਏਗਾ, ਇੱਕੋ ਘਰ ਦੇ ਅੰਦਰ ਇੱਕ ਪਿਤਾ ਦੇ ਨਾਲ ਪੁੱਤ ਵੀ ਲਵਾ ਸਕਦਾ, ਕੋਈ ਹੋਰ ਵੀ ਜਿਹੜਾ ਵੀ ਇੰਡੀਪੈਂਡੈਂਟ ਹੋ ਗਿਆ, ਨਹੀਂ ਇੱਕੋ ਹੀ ਮੀਟਰ ਹੁੰਦਾ, ਚਾਹੇ 4 ਮੀਟਰ ਲਵਾ ਲਓ ਘਰ 'ਚ। ਇਸ ਤਰੀਕੇ ਨਾਲ ਹੁੰਦਾ। ਹਾਲਾਂਕਿ ਇਹਦੀ ਰੇਕੀ ਹੁੰਦੀ ਰਹਿੰਦੀ ਹੈ, ਇਹਦੀ ਇਨਵੈਸਟੀਗੇਸ਼ਨ ਹੁੰਦੀ ਰਹਿੰਦੀ ਹੈ, ਵਿਜੀਲੈਂਸ ਦੀਆਂ ਟੀਮਾਂ ਹੁੰਦੀਆਂ ਨੇ, ਫਲਾਈਂਗ ਸਕੁਐਡ ਹੁੰਦੇ ਨੇ ਬਿਜਲੀ ਵਿਭਾਗ ਦੇ, ਪਰ ਇਹ ਰੁਕਦਾ ਨਹੀਂ ਹੈਗਾ। ਪੋਲੀਟੀਕਲ ਲੀਡਰਾਂ ਦਾ ਉੱਥੇ ਲੋਕਲ ਹੱਥ ਹੁੰਦਾ। ਇੱਕ ਇੱਕ ਘਰ 'ਚ 4-4 ਮੀਟਰ ਲੱਗੇ, ਮੰਨ ਲਓ 1200 ਯੂਨਿਟ ਆ ਰਹੇ ਨੇ ਕਿਸੇ ਨੂੰ, ਉਹਨੇ 3 ਮੀਟਰ ਲਵਾ ਦੇਣੇ ਆ, 4 ਮੀਟਰ ਲਵਾਤੇ, ਉਹਦਾ ਬਿਜਲੀ ਦਾ ਬਿੱਲ ਹੀ ਨਹੀਂ ਆਊਗਾ, ਮਾਫ ਹੈ। ਉਹਦਾ ਘਾਟਾ ਕਿਹਨੂੰ ਪਊਗਾ? ਸਰਕਾਰ ਨੂੰ ਪਊਗਾ। ਸਰਕਾਰ ਦਾ ਘਾਟਾ ਕਿਹਦਾ ਘਾਟਾ? ਲੋਕਾਂ ਦਾ ਘਾਟਾ। ਸਰਕਾਰ ਕੋਲੇ ਪੈਸਾ ਕਿਹੜਾ ਜੇਬ 'ਚ ਆਉਂਦਾ? ਅਰਵਿੰਦ ਕੇਜਰੀਵਾਲ ਨੇ, ਬਾਦਲ ਨੇ, ਕੈਪਟਨ ਨੇ, BJP ਨੇ ਕੋਈ ਜੇਬ 'ਚ ਪੈਸਾ ਥੋੜ੍ਹੀ ਦੇਣਾ। ਇਸ ਕਰਕੇ ਇਹ ਵੀ ਆ, ਇਹਦੇ ਨਾਲ ਇੱਕ ਕਰਪਸ਼ਨ ਵੀ ਵਧੇਗੀ। ਪਹਿਲਾਂ ਵੀ ਆ ਇਹ, ਜਦੋਂ 200 ਯੂਨਿਟ ਦੇ ਉੱਤੇ ਆ ਉੱਥੇ ਵੀ ਲੋਕ ਬਹੁਤ ਸਾਰਾ ਕੁਛ ਐਂ ਕਰਦੇ ਨੇ, 300 ਯੂਨਿਟ ਦੇ ਉੱਤੇ ਹੋਰ ਵਧੇਗਾ, ਯਾਨੀ ਉਹਦੇ ਨਾਲ ਕਰਪਸ਼ਨ ਵੀ ਵਧੇਗੀ। ਤੇ ਉਹਦੇ ਨਾਲ ਕਿਉਂਕਿ ਕੀ ਹੁੰਦਾ, ਰੀਡਿੰਗ ਆ, ਮੰਨ ਲਓ ਰੀਡਿੰਗ 'ਚ ਵੀ ਸੈਟਿੰਗ ਹੋਣ ਲੱਗ ਗਈ। ਜਿਹਨੇ ਰੀਡਿੰਗ ਲੈਣ ਆਉਣਾ ਉਹ ਰੀਡਿੰਗ ਵਾਲੇ ਨਾਲ ਸੈਟਿੰਗ ਕਰ ਲੇ ਕਿ ਤੂੰ ਸਾਡਾ 300 ਤੋਂ ਘੱਟ ਦਿਖਾ ਦੇ, 300 ਤੋਂ ਘੱਟ ਉਹ ਦਿਖਾ ਦੇਗਾ, ਬਿਜਲੀ ਦਾ ਬਿੱਲ ਤੁਹਾਡਾ ਨਹੀਂ ਆਏਗਾ, ਪੈਸੇ ਵੰਡ ਕੇ ਤੁਸੀਂ ਉਸ ਜਿਹੜਾ ਮੀਟਰ ਵਾਲਾ ਆ ਰਿਹਾ। ਕਰਪਸ਼ਨ ਐ ਹੁੰਦੀ ਹੈ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ। ਪੰਜਾਬ 'ਚ ਵਾਧੂ ਬਿਜਲੀ ਦੇ ਚੋਰੀ ਕਨੈਕਸ਼ਨ, ਬਿਜਲੀ ਦੀ ਚੋਰੀ ਬਹੁਤ ਵੱਡਾ ਮੁੱਦਾ ਪੰਜਾਬ 'ਚ। ਪਹਿਲਾਂ ਮੀਟਰਾਂ 'ਤੇ ਡਾਇਰੈਕਟ ਕੁੰਡੀਆਂ ਲਾ ਦਿੰਦੇ ਸੀ, ਹੁਣ ਚੋਰੀ ਕਰਨ ਦੇ ਤਰੀਕੇ ਬਦਲ ਗਏ ਨੇ। ਬਿਜਲੀ ਚੋਰੀ ਬਹੁਤ ਵੱਡੇ ਪੱਧਰ 'ਤੇ ਹੁੰਦੀ ਆ ਪੰਜਾਬ 'ਚ, ਪਹਿਲਾਂ ਵੀ ਹੁੰਦੀ ਰਹੀ ਆ। ਤਾਂ ਇਹ ਵੀ ਇੱਕ ਆਪਣੇ ਆਪ ਦੇ ਅੰਦਰ ਚੈਲੰਜ ਆ ਕਿ ਜੋ 300 ਯੂਨਿਟ ਦਿਓਗੇ, ਚੋਰੀਆਂ ਨਾ ਹੋਣ, ਬਿਜਲੀ ਸਹੀ ਤਰੀਕੇ ਨਾਲ ਲੋਕਾਂ ਤੱਕ ਪਹੁੰਚੇ, ਔਰ ਉਹਨਾਂ ਹੀ ਵਰਗਾਂ ਤੱਕ ਜਿਨ੍ਹਾਂ ਨੂੰ ਲੋੜ ਆ, ਜਿਵੇਂ ਬਿਲੋ ਪਾਵਰਟੀ ਲਾਈਨ, SC ਭਾਈਚਾਰਾ,
ਬਾਕੀ ਦੇ ਜਿਹੜੇ ਇਹਦਾ ਨਜਾਇਜ਼ ਫਾਇਦਾ, ਜਿਵੇਂ ਆਟਾ ਦਾਲ ਸਕੀਮ ਦਾ ਅਸੀਂ ਦੇਖਦੇ ਸੀ, ਆਟਾ ਦਾਲ ਸਕੀਮ ਪਿੰਡ 'ਚ 20 ਕਿੱਲਿਆਂ ਵਾਲਾ ਵੀ ਮੈਂ ਦੇਖਦਾ ਹੁੰਦਾ ਸੀ, ਪਿੰਡ 'ਚ 20 ਕਿੱਲਿਆਂ ਵਾਲਾ ਵੀ ਆਟਾ ਲਈ ਜਾਂਦਾ, ਮਤਲਬ ਕਣਕ ਤੇ ਦਾਲ ਲੈ ਲੈਂਦੇ ਸੀਗੇ, ਅਤੇ ਉਹ ਆਈ ਉਹ ਗਰੀਬਾਂ ਲਈ ਸੀ, ਪਰ ਉਹਨੂੰ ਚੰਗੇ ਚੰਗੇ ਘਰ ਵੀ ਮੱਝਾਂ ਨੂੰ ਪਾ ਦਿੰਦੇ ਸੀ, ਅਸੀਂ ਦੇਖਿਆ ਗਾਵਾਂ ਨੂੰ ਪਾ ਦਿੰਦੇ ਸੀ। ਉਹ ਗਲਤ ਗੱਲ ਆ, ਉਹ ਨਹੀਂ ਹੋਣਾ ਚਾਹੀਦਾ। ਇਹਦੇ 'ਚ ਵੀ ਪਹਿਲਾਂ ਵੀ ਹੁੰਦਾ, ਅੱਗੇ ਵੀ ਹੋਣ ਦੀ ਇਸ ਤਰ੍ਹਾਂ ਦੀ ਉਮੀਦ ਆ ਕਿ ਹੋਏਗਾ ਜੀ। ਪਾਵਰ ਪਰਚੇਜ਼ ਦਾ ਜਿਹੜਾ ਇਹ ਕਿਹੜਾ ਰੌਲਾ ਆ, ਇਹ ਵੀ ਜ਼ਰੂਰ ਸਮਝਣਾ ਚਾਹਾਂਗੇ। ਅਸਲ 'ਚ ਜਿਹੜੀ ਮੇਨ ਗੱਲ ਆ, ਜਿਹੜੀ ਤੇ ਆਪਾਂ ਹੁਣ ਆਏਆਂਗੇ, ਮੇਨ ਗੱਲ ਹੈ ਪਾਵਰ ਪਰਚੇਜ਼ ਐਗਰੀਮੈਂਟ ਦਾ ਰਿਵਿਊ ਹੋਣਾ। ਜਿਹੜੇ ਫਿਕਸਡ ਅਮਾਊਂਟ ਆ 19,000 ਕਰੋੜ ਦੇ ਨੇੜੇ ਬਣਦੀ ਹੈਗੀ ਹੁਣ ਤੱਕ ਦੀ, ਜਿਹੜਾ ਇਹਨਾਂ ਨਾਲ ਹੋਇਆ ਉਹ 'ਚੋਂ 6,000 ਕਰੋੜ ਰੁਪਇਆ ਵਾਧੂ ਗਿਆ। 3 ਪੰਜਾਬ ਦੇ ਅੰਦਰ ਲੱਗੇ ਪਾਵਰ ਪਲਾਂਟ ਜਿਹੜੇ ਪ੍ਰਾਈਵੇਟ ਨੇ, ਜੀਵੇਕੇ ਕੰਪਨੀਆਂ, ਹੋਰ ਕਈ ਕੰਪਨੀਆਂ, ਰਾਜਪੁਰਾ, ਤਲਵੰਡੀ ਤੇ ਗੋਇੰਦਵਾਲ, ਔਰ ਇਹਨਾਂ ਦੇ ਯੂਨਿਟ ਵੀ ਨਹੀਂ ਚੱਲਦੇ। ਸਭ ਤੋਂ ਵੱਡੀ ਗੱਲ ਤਾਂ ਹੈ ਕਿ ਹਰਿਆਣੇ ਦੇ ਅੰਦਰ ਇੱਕੋ ਹੀ ਪ੍ਰਾਈਵੇਟ ਪਾਵਰ ਪਲਾਂਟ ਆ। ਸਾਡੇ ਪੰਜਾਬ 'ਚ ਅਸੀਂ ਜਿਹੜਾ ਸਰਕਾਰੀ ਸੈਕਟਰ ਆ, ਜਿਹੜਾ ਜਨਤਕ ਸੈਕਟਰ ਆ, ਉਹ ਖਤਮ ਕਰਤਾ। ਉਹ ਪਹਿਲਾਂ ਕੀ ਆ, ਬਾਦਲ ਸਰਕਾਰ ਸੀ, ਕੈਪਟਨ ਸਰਕਾਰ ਨੇ ਆਉਣ ਤੋਂ ਪਹਿਲਾਂ ਕਿਹਾ, ਕੈਪਟਨ ਹੋਰਾਂ ਨੇ ਜਾਂ ਜਾਖੜ ਹੋਰਾਂ ਨੇ, ਕਿ ਅਸੀਂ ਇਹ ਪਾਵਰ ਐਗਰੀਮੈਂਟ ਰਿਵਿਊ ਕਰਾਂਗੇ। ਪੰਜਾਬ ਦੇ ਲੋਕਾਂ ਤੇ ਬਹੁਤ ਵੱਡਾ ਬੋਝ ਆ, ਉਹ ਅੱਜ ਤੱਕ ਰਿਵਿਊ ਨਹੀਂ ਹੋਏ, ਕਿਉਂਕਿ ਵੱਡਾ ਵੱਡਾ ਕਾਰਪੋਰੇਟ ਸ਼ਾਮਲ ਹੈ, ਅਫਸਰ ਉਹਦੇ ਨਾਲ ਸੈੱਟ ਨੇ, ਮੰਤਰੀ ਸੈੱਟ ਨੇ, ਸਰਕਾਰ ਸੈੱਟ ਆ ਜੇ ਕਹਿਣਾ ਹੋਵੇ। ਇਹ ਬਹੁਤ ਵੱਡਾ ਰੌਲਾ ਸੀ, ਇਹ ਬਹੁਤ ਵੱਡਾ ਰੌਲਾ ਰਿਹਾ ਕਿ ਪਾਵਰ ਪਰਚੇਜ਼ ਐਗਰੀਮੈਂਟ ਜਿਹੜੇ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਸਾਈਨ ਹੋਏ ਨੇ, ਅਸੀਂ ਇਹਨਾਂ ਨੂੰ ਰੱਦ ਕਰਾਂਗੇ। ਕਾਂਗਰਸ ਦੀਆਂ ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ, ਸੁਨੀਲ ਜਾਖੜ ਤੇ ਹੋਰ ਬਹੁਤ ਸਾਰੇ ਲੋਕਾਂ ਨੇ, ਜਿਨ੍ਹਾਂ ਨੂੰ ਮੈਂ ਖੁਦ ਕਵਰ ਕਰਦਾ ਰਿਹਾ, ਕਹਿੰਦੇ ਰਹੇ ਨੇ ਇਹ ਗੱਲ। ਪਰ ਸਰਕਾਰ ਆਈ, ਸਰਕਾਰ ਤੇ ਜਾਣ ਵਾਲੀ ਵੀ ਹੋ ਗਈ, ਮਤਲਬ ਪੂਰਾ ਹੋ ਗਿਆ ਸਰਕਾਰ ਦਾ ਕਾਰਜਕਾਲ, ਅਗਰ ਕਿਹਨੂੰ ਹੋਣਾ ਪਤਾ ਨਹੀਂ, ਤੇ ਅਜੇ ਤੱਕ ਇਸ ਗੱਲ ਦੇ ਉੱਤੇ ਕੋਈ ਗੱਲ ਨਹੀਂ ਕੀਤੀ। ਹੁਣ ਕਾਂਗਰਸੀ ਵੀ ਸਵਾਲ ਪੁੱਛ ਰਹੇ ਨੇ, ਕਾਂਗਰਸ ਦੇ 10 ਸਵਾਲ, ਅਕਾਲੀਆਂ ਦੇ ਇੰਨੇ ਸਵਾਲ। ਪਰ ਮੇਜਰ ਗੱਲ ਇਹ ਹੈ ਕਿ ਪੰਜਾਬ ਦੇ ਅੰਦਰ ਇਹ ਨਹੀਂ ਕਿ ਪ੍ਰਾਈਵੇਟ ਸੈਕਟਰ ਨਾ ਆਵੇ। ਮੈਂ ਅਕਸਰ ਕਹਿਣਾਗਾ ਕਿਸੇ ਵੀ ਖੇਤਰ 'ਚ ਆ ਸਕਦਾ, ਲੋਕਤੰਤਰ ਦੇ ਅੰਦਰ ਪ੍ਰਾਈਵੇਟ ਸੈਕਟਰ ਆਉਂਦਾ ਗਾ, ਪਰ ਇਹ ਵੀ ਨਾ ਹੋਵੇ ਕਿ ਇਕੱਲਾ ਪ੍ਰਾਈਵੇਟ ਸੈਕਟਰ ਹੀ ਆ ਕੇ ਐਕਸਪਲਾਈਟ ਕਰਨ ਲੱਗ ਜੇ। ਉਹਦੇ ਕੋਈ ਰੈਗੂਲੇਟਰੀ ਕਮਿਸ਼ਨ ਹੋਣਾ ਚਾਹੀਦਾ ਕਿ ਰੈਗੂਲੇਟ ਕਰੇ ਉਹਨੂੰ। ਪ੍ਰਾਈਵੇਟ ਸੈਕਟਰ ਨੇ ਜਿਹੜੇ ਇਹਨਾਂ ਨਾਲ ਸਮਝੌਤੇ ਹੋਏ ਨੇ ਪਾਵਰ ਪਰਚੇਜ਼ ਐਗਰੀਮੈਂਟ 'ਚ, ਉਹਦੇ 'ਚ ਕੋਈ ਜੁਰਮਾਨਾ ਨਹੀਂ ਲੱਗ ਸਕਦਾ ਉਹਨਾਂ ਤੇ। ਯਾਨੀ ਹੁਣ ਝੋਨੇ ਦੇ ਸੀਜ਼ਨ 'ਚ ਕਿੱਲਤ ਆ ਰਹੀ ਹੈ ਬਿਜਲੀ ਦੀ, ਪ੍ਰਾਈਵੇਟ ਵਾਲੇ ਦੇਣ ਨਾ ਦੇਣ ਉਹਨਾਂ ਦੀ ਮਰਜ਼ੀ ਹੈ, ਪ੍ਰਾਈਵੇਟ ਵਾਲੇ ਦੇਣ ਜਾਂ ਨਾ ਦੇਣ ਉਹਨਾਂ ਦੀ ਮਰਜ਼ੀ ਹੈਗੀ। ਇਸ ਕਰਕੇ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਹੋਏ ਨੇ, ਜਿਹੜੇ ਪ੍ਰਾਈਵੇਟ ਪਲੇਅਰ ਪੰਜਾਬ ਦੇ ਅੰਦਰ ਆਏ ਆ, ਉਹਨਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਪੰਜਾਬ ਦਾ ਇਸ ਐਂਗਲ ਤੋਂ। ਉਹਨਾਂ ਦੇ ਉੱਤੇ ਕੋਈ ਡੰਡਾ ਹੀ ਨਹੀਂ ਹੈਗਾ ਸਰਕਾਰ ਦਾ। ਉਹਨਾਂ ਨਾਲ ਐਗਰੀਮੈਂਟ ਇਸ ਤਰ੍ਹਾਂ ਦੇ ਹੋਏ ਨੇ, 6,000 ਕਰੋੜ ਰੁਪਇਆ ਯਾਨੀ ਉਹ ਚਲਾ ਰਹੇ ਨੇ ਯੂਨਿਟ, ਉਹ ਦੇਣ ਨਾ ਦੇਣ ਯੂਨਿਟ ਖੜੇ ਰਹਿਣ। ਸਰਕਾਰ ਨੇ 6,000 ਕਰੋੜ ਤਾਂ ਉਹ ਚਲਾ ਗਿਆ, 19,000 ਚੋਂ 6,000 ਕਰੋੜ ਤਾਂ ਵਾਧੂ ਹੀ ਚਲਾ ਗਿਆ। 19,000 ਕਰੋੜ ਰੁਪਇਆ ਚਲੋ ਫਿਕਸਡ ਐਨੂਅਲ ਜਿਹੜੇ ਫਿਕਸ ਚਾਰਜ ਸੀਗੇ, ਉਹ ਠੀਕ ਹੈਗਾ ਕਿ ਤੁਸੀਂ ਆ ਕੇ ਯੂਨਿਟ ਲਾਇਆ, ਤੁਹਾਡੀ ਇਨਵੈਸਟਮੈਂਟ ਆ। 19,000 ਕਰੋੜ ਰੁਪਇਆ, ਉਹ 'ਚ 6,000 ਕਰੋੜ ਰੁਪਇਆ ਵਾਧੂ ਚਲਾ ਗਿਆ। ਤਾਂ ਇਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਆ ਕਿ ਜਦੋਂ ਤੱਕ ਅਸੀਂ ਇਹ ਸਾਰੇ ਬਾਰੇ, ਅੱਜ ਕੇਜਰੀਵਾਲ ਜੇ ਕਹਿੰਦੇ, ਕੇਜਰੀਵਾਲ ਨੇ ਕਿਹਾ ਕਿ ਸਰਕਾਰ ਆਏਗੀ ਤਾਂ ਅਸੀਂ ਦੇਖਾਂਗੇ ਇਸ ਮਸਲੇ ਨੂੰ, ਅਸੀਂ ਇਹਨੂੰ ਦੇਖਾਂਗੇ। ਪਰ ਜੇ ਕੇਜਰੀਵਾਲ ਇਹ ਕਹਿਣ, ਜਿਵੇਂ ਕੈਪਟਨ ਨੇ ਕਿਹਾ ਸੀ ਦੇਖਾਂਗੇ, ਕਰਦਾ ਕੌਣ ਆ? ਸਰਕਾਰ। ਉਹਨਾਂ ਨੇ ਵੀ ਕਿਹਾ ਸੀ, ਮੈਨੀਫੈਸਟੋ 'ਚ ਵੀ ਆ ਉਹਨਾਂ ਦੇ, ਉਹਨਾਂ ਨੇ ਕਿਹਾ ਸੀ ਅਸੀਂ ਇਹ ਕਰਾਂਗੇ, ਉਹਨਾਂ ਨੇ ਨਹੀਂ ਕੀਤਾ। ਕਾਂਗਰਸ ਨੇ ਇਹ ਗੱਲ ਠੋਕ ਵਜਾ ਕੇ ਕਹੀ ਸੀ ਪਰ ਨਹੀਂ ਕੀਤੀ, ਔਰ ਜਾਖੜ ਹੋਰ ਸਾਰੇ ਕਾਂਗਰਸੀ ਹੀ ਰੌਲਾ ਪਾਉਂਦੇ ਰਹੇ। ਤੇ ਇਹ ਮਸਲੇ ਸੁਪਰੀਮ ਕੋਰਟ ਤੱਕ ਗਏ, ਬਹੁਤ ਸਾਰੀਆਂ 'ਚ ਕਾਨੂੰਨੀ ਉਲਝਣਾਂ ਵੀ ਹੋਣਗੀਆਂ। ਐਗਰੀਮੈਂਟ ਜਦੋਂ ਸਾਈਨ ਹੋ ਜਾਂਦਾ ਉਹਨੂੰ ਤੋੜਨਾ ਔਖਾ ਹੁੰਦਾ ਗਾ। ਇਸ ਕਰਕੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਪਰ ਜਦੋਂ ਸਰਕਾਰ ਹੋਵੇ, ਸਰਕਾਰ ਤਾਂ ਸਭ ਕੁਝ ਆ ਨਾ, ਸਰਕਾਰ ਤਾਂ ਵਿਧਾਨ ਸਭਾ 'ਚ ਬੁਲਾ ਕੇ ਕੁਝ ਕਰ ਸਕਦੇ ਹੋ, ਤਾਂ ਸਰਕਾਰੀ ਹੈ ਕੋਈ ਪ੍ਰਾਈਵੇਟ ਕੰਪਨੀ ਆ, ਤਾਂ ਸਰਕਾਰ ਹੈ, ਸਰਕਾਰ ਤਾਂ ਕੁਝ ਵੀ ਕਰ ਸਕਦੀ ਹੈ। ਤਾਂ ਜੇ ਅੱਜ ਉਹ ਪਾਵਰ ਪਰਚੇਜ਼ ਐਗਰੀਮੈਂਟ ਦੀ ਮੈਨੂੰ ਲੱਗਦਾ ਗੱਲ ਕਰਦੇ ਅਰਵਿੰਦ ਕੇਜਰੀਵਾਲ, ਤਾਂ ਜ਼ਿਆਦਾ ਬਿਹਤਰ ਹੁੰਦਾ, ਕਿਉਂਕਿ ਪਾਵਰ ਪਰਚੇਜ਼ ਐਗਰੀਮੈਂਟ ਦੇ ਨਾਲ ਪੂਰੀ ਗੇਮ ਬਦਲ ਜਾਏਗੀ, ਪੂਰੀ ਤਸਵੀਰ ਬਦਲ ਜਾਏਗੀ। ਬਿਜਲੀ ਸਸਤੀ ਵੀ ਹੋਏਗੀ, ਯਾਨੀ ਬਿਜਲੀ ਦੇ ਸਮਝੌਤਿਆਂ ਜਿਹੜੇ ਇੱਥੇ ਪਲਾਂਟ ਲੱਗੇ ਨੇ ਉਹਨਾਂ ਨਾਲ ਲੋਕਾਂ ਨੂੰ ਫਾਇਦਾ ਵੀ ਹੋਏਗਾ। ਉਹ ਇੱਕ ਤਰ੍ਹਾਂ ਦੇ ਪ੍ਰੋ ਪੀਪਲ ਹੋਣਗੇ, ਯਾਨੀ ਲੋਕ ਪੱਖੀ ਹੋ ਜਾਣਗੇ, ਉਹ ਲੋਕਾਂ ਦੇ ਮੁਤਾਬਕ ਹੋਣਗੇ। ਹੁਣ ਉਹ ਆਪਣੇ ਮੁਤਾਬਕ ਚੱਲਦੇ ਨੇ, ਉਹਨਾਂ ਨੂੰ ਕੋਈ ਜੁਰਮਾਨਾ ਨਹੀਂ ਲਾ ਸਕਦਾ। ਤੇ ਇਹ ਸਭ ਤੋਂ ਵੱਡਾ ਪੰਗਾ ਗਾ। ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ 2007-08 'ਚ ਮੈਨੂੰ ਲੱਗਦਾ ਇਹ ਹੁੰਦੇ ਨੇ, 13-14 'ਚ ਆ ਕੇ ਪਲਾਂਟ ਲੱਗਦੇ ਨੇ, ਉਦੋਂ ਤੇ ਇਹ ਲਾਗੂ ਹੁੰਦੇ ਨੇ। ਜਿਹੜਾ ਅਮਾਊਂਟ ਆ 19,000 ਕਰੋੜ, 6,000 ਕਰੋੜ ਛੋਟੀ ਅਮਾਊਂਟ ਆ, ਵਾਧੂ ਗਿਆ ਹੋਇਆ ਉਹਨਾਂ ਨੂੰ 6,000 ਕਰੋੜ ਰੁਪਈਆ। ਤਾਂ ਇਸ ਕਰਕੇ ਉਹ ਜਿਵੇਂ ਨਾ ਕਹਿੰਦੇ ਚਿੱਟਾ ਹਾਥੀ ਬੰਨ੍ਹ ਲਿਆ। ਇਹ ਜਿਹੜੇ ਥਰਮਲ ਪਲਾਂਟ ਨੇ ਇਹ ਚਿੱਟੇ ਹਾਥੀ ਨੇ, ਇਹ ਚਿੱਟੇ ਹਾਥੀਆਂ ਨੂੰ ਬੰਨ੍ਹ ਕੇ ਪੰਜਾਬ ਨੇ ਚਿੱਟੇ ਹਾਥੀ ਬੰਨ੍ਹ ਲਏ 3, ਤੇ ਨੁਕਸਾਨ ਵੀ ਕਰਾ ਲਿਆ। ਯਾਨੀ ਜਿਵੇਂ ਕੋਈ ਕਿਸੇ ਨੂੰ ਰੱਖ ਲੇ ਜੌਬ ਦੇ ਉੱਤੇ, ਉਹ ਕਹੇ ਕਿ ਹਾਂਜੀ ਮੈਂ ਤਾਂ ਇੱਕ ਐਗਰੀਮੈਂਟ ਕਰ ਲਿਓ, ਕਹੀ ਮੈਂ ਤਾਂ ਆਪਦੇ ਮੁਤਾਬਕ ਕੰਮ ਕਰੂੰਗਾ। 3 ਬੰਦੇ ਤੁਸੀਂ ਰੱਖਿਓ, ਤਿੰਨੇ ਐਂਡ 'ਚ ਤੁਹਾਨੂੰ ਲੋਡ ਹੋਵੇ, ਜਦੋਂ ਪੀਕ ਆਵਰ ਨੇ, ਹੁਣ ਇਸ ਟਾਈਮ ਪੀਕ ਹੈ, ਬਿਜਲੀ ਦੀ ਲੋੜ ਆ, ਉਦੋਂ ਕਹਿਣਗੇ ਇਸ ਤਾਂ ਕੰਮ ਨਹੀਂ ਕਰ ਸਕਦੇ। ਫਿਰ ਤੁਹਾਡਾ ਉਹਨੂੰ ਰੱਖਣ ਦਾ ਕੀ ਫਾਇਦਾ ਹੋਇਆ? ਜਦੋਂ ਕੰਮ ਦੀ ਲੋੜ ਆ, ਜੋ ਕੰਮ ਨਹੀਂ ਕਰ ਰਹੇ, ਤਾਂ ਫਿਰ ਉਹਨਾਂ ਨੂੰ ਤੁਸੀਂ ਨੌਕਰੀ 'ਤੇ ਕਿਉਂ ਰੱਖਿਆ ਗਿਆ? ਇਸੇ ਤਰ੍ਹਾਂ ਇਹ ਪਾਵਰ ਪਲਾਂਟ ਨੇ, ਜਦੋਂ ਪੰਜਾਬ ਨੂੰ ਬਿਜਲੀ ਦੀ ਲੋੜ ਹੈ, ਜਦੋਂ ਬਿਜਲੀ ਦੀ ਲੋੜ ਪੂਰੀ ਨਹੀਂ ਹੋ ਰਹੀ, ਤਾਂ ਉਹਨਾਂ ਨੂੰ ਕਿਉਂ ਤੁਸੀਂ ਫਿਰ ਰੱਖਿਆ ਹੋਇਆ ਹੈਗਾ?
ਕਿਉਂ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ, ਬਹੁਤ ਸਾਰੀਆਂ ਤਾਕਤਾਂ ਹੁੰਦੀਆਂ ਨੇ ਵਿਧਾਨ ਪਾਲਿਕਾ ਕੋਲ, ਸਭ ਤੋਂ ਵੱਡੀਆਂ ਤਾਕਤਾਂ ਹੁੰਦੀਆਂ ਨੇ, ਵਿਧਾਨ ਪਾਲਿਕਾ ਕੁਝ ਵੀ ਕਰ ਸਕਦੀ ਹੈ ਤੇ ਵਿਧਾਨ ਪਾਲਿਕਾ ਨੇ ਕੁਝ ਕੀਤਾ ਹੀ ਨਹੀਂ ਆ। ਕੈਪਟਨ ਨੇ ਕਿਹਾ ਸੀ ਵਾਈਟ ਪੇਪਰ ਲੈ ਕੇ ਆਵਾਂਗੇ, ਬਹੁਤ ਸਾਰਾ ਕੁਝ ਕਹਾਂਗੇ, ਪਰ ਅਜੇ ਤੱਕ ਕੁਝ ਨਹੀਂ ਹੋਇਆ ਉਸ 'ਚ। ਯਾਨੀ ਜਿਹੜਾ ਇੱਕ ਗੱਲ ਕਮਿਟ ਜਾਂ ਤਾਂ ਕਮਿਟ ਨਾ ਕਰੋ, ਕਿਹੜਾ ਕਿਸੇ ਨੇ ਕਿਹਾ ਕੇਜਰੀਵਾਲ ਅੱਜ 300 ਯੂਨਿਟ ਕਹਿ ਰਹੇ ਨੇ, ਜੇ ਨਹੀਂ ਕਰਨਗੇ ਆ ਕੇ ਤਾਂ ਬਹੁਤ ਗਲਤ ਗੱਲ ਆ ਨਾ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਵਾਅਦੇ ਕੀਤੇ ਸੀ ਆਉਣ ਤੋਂ ਪਹਿਲਾਂ ਸੱਤਾ 'ਚ, ਯਾਨੀ ਉਹਨਾਂ ਦੇ ਮੈਨੀਫੈਸਟੋ ਨੇ, ਉਹਨਾਂ ਦੇ ਲੀਡਰਾਂ ਨੇ ਸਟੇਜ ਤੋਂ ਇਹ ਬੋਲੀਆਂ ਸੀ ਗੱਲਾਂ। ਜੇ ਨਹੀਂ ਕਰਨੀਆਂ ਸੀ ਨਾ ਕਹਿੰਦੇ, ਜਦੋਂ ਕਹੀਆਂ ਨੇ ਤਾਂ ਕਰੋ। ਤਾਂ ਮੈਨੂੰ ਲੱਗਦਾ ਜੇ ਅਰਵਿੰਦ ਕੇਜਰੀਵਾਲ ਇਸ 'ਤੇ ਗੱਲ ਕਰਨ ਜਾਂ ਕੋਈ ਹੋਰ ਪਾਰਟੀ ਇਸ 'ਤੇ ਗੱਲ ਕਰੇ ਕਿ ਅਸੀਂ ਇਹ ਪਾਵਰ ਪਰਚੇਜ਼ ਐਗਰੀਮੈਂਟ ਰੱਦ ਕਰਾਂਗੇ, ਤਾਂ ਪੰਜਾਬ ਦੇ ਲੋਕ ਜ਼ਿਆਦਾ ਵਿਸ਼ਵਾਸ ਕਰਨਗੇ। ਉਹੀ ਨਾ, ਪੰਜਾਬ ਵਾਲੇ ਕਹਿੰਦੇ ਆ ਕਿ ਅਸੀਂ ਗੁਜਰਾਤ ਦਾ ਜਿਹੜਾ ਮਾਡਲ ਆ ਬਿਜਲੀ ਦਾ ਉਹ ਅਪਣਾਇਆ ਹੋਇਆ। ਇਹ ਆਖਰ ਇਹ ਦੱਸੋ ਕਿ ਗੁਜਰਾਤ ਵਾਲਾ ਮਾਡਲ ਕੀ ਹੈ ਤੇ ਪੰਜਾਬ ਗੁਜਰਾਤ ਵਾਲਾ ਮਾਡਲ ਇਹ ਆ, ਉੱਥੇ ਵੀ ਬਹੁਤ ਵੱਡੇ ਪੱਧਰ ਤੇ ਪ੍ਰਾਈਵੇਟ ਪਲੇਅਰ ਗਏ। ਹਾਲਾਂਕਿ ਹਰਿਆਣੇ 'ਚ ਮੈਂ ਕਹਿੰਦਾ ਇੱਕੋ ਹੀ ਪ੍ਰਾਈਵੇਟ ਪਲੇਅਰ ਹੈ। ਚੰਡੀਗੜ੍ਹ 'ਚ ਬਿਜਲੀ ਬਹੁਤ ਸਸਤੀ ਹੈ, ਆਲੇ ਦੁਆਲੇ ਦੇ ਹਿਮਾਚਲ 'ਚ ਬਿਜਲੀ ਸਸਤੀ ਹੈ, ਉੱਥੇ ਪਨ ਬਿਜਲੀ ਪੈਦਾ ਹੁੰਦੀ ਹੈ। ਪੰਜਾਬ 'ਚ ਬਿਜਲੀ ਬਹੁਤ ਜ਼ਿਆਦਾ ਮਹਿੰਗੀ ਆ, ਦੇਸ਼ ਦਾ ਸਭ ਤੋਂ ਜ਼ਿਆਦਾ। ਔਰ ਪੰਜਾਬ ਦੇ ਅੰਦਰ ਦਿੱਲੀ ਤੇ ਮੈਂ ਪੰਜਾਬ ਦਾ ਕੰਪੈਰੀਜ਼ਨ, ਜਾਂ ਕੇਜਰੀਵਾਲ ਇੱਕ ਗੱਲ ਹੋਰ ਜੇ ਕਹਿ ਸਕਦੇ ਸੀ, ਦਿੱਲੀ ਦੇ ਅੰਦਰ ਜਿਹੜੀ ਇਲੈਕਟ੍ਰਿਸਿਟੀ ਡਿਊਟੀ ਆ ਉਹ 5% ਆ, ਪੰਜਾਬ 'ਚ 20% ਆ, ਦੇਸ਼ ਸਭ ਤੋਂ ਜ਼ਿਆਦਾ। ਜੇ ਤੁਸੀਂ 5% ਕਰ ਦਿਓ ਪੰਜਾਬ 'ਚ, ਦਿੱਲੀ 'ਚ 5% ਆ ਇਲੈਕਟ੍ਰਿਸਿਟੀ ਡਿਊਟੀ। ਜੇ ਪੰਜਾਬ ਦੇ ਅੰਦਰ ਵੀ ਇਲੈਕਟ੍ਰਿਸਿਟੀ ਡਿਊਟੀ 5% ਕਰ ਦਿੱਤੀ ਜਾਵੇ, ਯਾਨੀ 15% ਘਟ ਗਿਆ, ਕਿੰਨਾ ਵੱਡਾ ਫਾਇਦਾ ਪੰਜਾਬ ਦਾ ਹੋ ਜਾਏਗਾ। 300 ਯੂਨਿਟਾਂ ਦੀ ਲੋੜ ਹੀ ਨਹੀਂ ਆ। ਕਿੰਨੇ ਜ਼ਿਆਦਾ ਚਾਰजेस ਘਟ ਜਾਣਗੇ, ਕਿੰਨੇ ਜ਼ਿਆਦਾ ਆਟੋਮੈਟਿਕਲੀ ਪੈਸੇ ਘਟ ਜਾਣਗੇ, ਯੂਨਿਟ ਸਸਤੀਆਂ ਹੋ ਜਾਣਗੀਆਂ। ਇਸ ਕਰਕੇ ਜੇ ਚੱਲਣਾ ਉਹ ਮਾਡਲ, ਤੇ ਗੁਜਰਾਤ ਮਾਡਲ ਕੀ ਹੈ, ਗੁਜਰਾਤ ਮਾਡਲ ਵੀ ਬਹੁਤ ਵੱਡੇ ਪੱਧਰ ਤੇ ਪ੍ਰਾਈਵੇਟ, ਪਰ ਉਹਨਾਂ ਨੇ ਇੱਕ ਗੱਲ ਐਗਰੀਮੈਂਟ 'ਚ ਲਿਖੀ ਕਿ ਜਦੋਂ ਸਾਨੂੰ ਲੋੜ ਹੋਏਗੀ ਸਭ ਤੋਂ ਜ਼ਿਆਦਾ ਬਿਜਲੀ ਦੀ, ਉਦੋਂ ਤੁਹਾਨੂੰ ਸਭ ਤੋਂ ਪਹਿਲਾਂ ਦੇਣੀ ਪਏਗੀ। ਪੰਜਾਬ ਨੂੰ ਇਸ ਟਾਈਮ ਬਿਜਲੀ ਦੀ ਲੋੜ ਆ, ਝੋਨੇ ਦਾ ਸੀਜ਼ਨ ਹੈ ਤੇ ਸਾਨੂੰ ਉਹ ਕੰਪਨੀਆਂ ਦੇ ਹਾੜੇ ਕੱਢਣੇ ਪੈ ਰਹੇ ਨੇ। ਉਹ ਕੰਪਨੀਆਂ ਦੇ ਅੱਗੇ ਸ਼ਰਤ ਹੋਣੀ ਚਾਹੀਦੀ ਸੀ, ਇਹ ਐਗਰੀਮੈਂਟ 'ਚ ਲਿਖਿਆ ਹੋਣਾ ਚਾਹੀਦਾ ਸੀ ਕਿ ਤੁਸੀਂ ਸਾਨੂੰ ਸਭ ਤੋਂ ਪਹਿਲਾਂ ਬਿਜਲੀ ਦਿਓਗੇ, ਸਭ ਤੋਂ ਪਹਿਲਾਂ ਬਿਜਲੀ ਦੇ ਕੇ ਤੁਸੀਂ ਸਾਨੂੰ ਸਾਡੇ ਮੁਤਾਬਕ ਚੱਲੋਗੇ, ਯਾਨੀ ਸਾਡੇ ਮੁਤਾਬਕ ਤੁਸੀਂ ਚੀਜ਼ਾਂ ਨੂੰ ਕਰੋਗੇ। ਉਹ ਹੁਣ ਨਾ ਦੇਣ, ਸਰਕਾਰ ਕੁਝ ਨਹੀਂ ਕਰ ਸਕਦੀ। ਪਾਵਰ ਪ੍ਰੋਜੈਕਟ ਉਹਨਾਂ ਦੇ ਯੂਨਿਟ ਬੰਦ ਪਏ ਨੇ, ਗੋਇੰਦਵਾਲਾ ਯੂਨਿਟ ਪਿਛਲੇ ਦਿਨਾਂ ਜਮਾਸੀ, ਤਲਵੰਡੀ ਵਾਲਾ ਕਹਿੰਦੇ ਹੁਣ ਇੱਕ ਯੂਨਿਟ ਬੰਦ ਪਿਆ। ਜਿਹੜੇ ਪ੍ਰਾਈਵੇਟ ਪਲੇਅਰ ਨੇ ਉਹਦੀ ਮਰਜ਼ੀ ਨਾਲ ਕਰ ਰਹੇ ਨੇ, ਉਹਨਾਂ ਨੂੰ ਜੋ ਠੀਕ ਲੱਗਦਾ ਉਹਨਾਂ ਦੇ ਫਿਕਸ ਚਾਰਜ ਨੇ, ਪੈਸੇ ਆ ਜਾਂਦੇ ਨੇ, ਵਾਧੂ ਪੈਸੇ ਉਹਨਾਂ ਕੋਲ 6000 ਕਰੋੜ ਚਲਾ ਗਿਆ। ਯਾਨੀ ਜੇ ਸਰਕਾਰ ਉਹਨਾਂ ਨੂੰ ਐਗਰੀਮੈਂਟ 'ਚ ਲਿਖਦੀ ਕਿ ਜਦੋਂ ਸਾਨੂੰ ਬਿਜਲੀ ਦੀ ਲੋੜ, ਅਸੀਂ ਤੁਹਾਡੇ ਪਲਾਂਟ ਲਾ ਰਹੇ ਹਾਂ, ਸਾਡੀ ਜ਼ਮੀਨ ਹੈ, ਅਸੀਂ ਤੁਹਾਡੀ ਮਦਦ ਕੀਤੀ, ਤੁਸੀਂ ਪਲਾਂਟ ਲਾ ਲਏ, ਤੁਹਾਡਾ ਫਾਇਦਾ ਵੀ ਹੋ ਰਿਹਾ, ਪਰ ਪਹਿਲਾ ਫਾਇਦਾ ਪੰਜਾਬ ਦਾ। ਜਦੋਂ ਪੰਜਾਬ ਨੂੰ ਬਿਜਲੀ ਦੀ ਲੋੜ ਹੋਏਗੀ ਪੰਜਾਬ ਨੂੰ ਦਿਓਗੇ, ਬਾਹਰ ਨਹੀਂ ਦਿਓਗੇ। ਅਸੀਂ ਬਿਜਲੀ ਬਾਹਰੋਂ ਖਰੀਦ ਰਹੇ ਹਾਂ, ਇਸ ਟਾਈਮ ਸਾਡੀ ਹਾਲਾਤ ਇਹ ਹੈ ਕਿ ਅਸੀਂ ਬਿਜਲੀ ਸੈਂਟਰਲ ਪੂਲ 'ਚੋਂ ਖਰੀਦਦੇ ਹਾਂ, ਅਸੀਂ ਬਿਜਲੀ ਬਾਹਰੋਂ ਖਰੀਦਦੇ ਹਾਂ ਤੇ ਉਹ ਆਪਦੀ ਬਿਜਲੀ ਕਿਤੇ ਹੋਰ ਵੇਚ ਰਹੇ ਨੇ, ਤੇ ਜਾਂ ਉਹਨਾਂ ਦੇ ਯੂਨਿਟ ਬੰਦ ਪਏ ਨੇ। ਯੂਨਿਟ ਕਿਵੇਂ ਬੰਦ ਰਹਿ ਜਾਣ ਉਹਨਾਂ ਦੇ? ਜਦੋਂ ਉਹਨਾਂ ਨੇ ਨਵੇਂ ਯੂਨਿਟ ਲਾਏ, ਉਹਨਾਂ ਨੂੰ ਕਹਿਣਾ ਚਾਹੀਦਾ ਹੈਗਾ ਕਿ ਯੂਨਿਟ ਚਲਾ ਕੇ ਪੰਜਾਬ ਨੂੰ ਬਿਜਲੀ ਦਿਓ, ਤੇ ਉਹ ਪੰਜਾਬ ਦੀ ਆਪਦੀ ਮਨਮਰਜ਼ੀ ਕਰ ਰਹੇ ਨੇ ਪ੍ਰਾਈਵੇਟ ਪਲੇਅਰ। ਤਾਂ ਜਿਹੜੇ ਇਸ ਤਰ੍ਹਾਂ ਦਾ ਕਾਰਪੋਰੇਟ ਮਨਮਰਜ਼ੀ ਕਰਦਾ, ਉਹਦੇ ਤੇ ਕੌਣ ਕਾਰਵਾਈ ਕਰੇਗਾ? ਕਿਉਂਕਿ ਉਹਨੂੰ ਤਾਂ ਪਹਿਲੇ ਹੀ ਤੁਸੀਂ ਖੁੱਲ੍ਹਾ ਦਿੱਤਾ ਹੋਇਆ, ਤਾਂ ਕਾਂਗਰਸ ਨੇ ਜੋ ਕਿਹਾ ਉਹ ਨਹੀਂ ਕੀਤਾ। ਇਸ ਕਰਕੇ ਗੁਜਰਾਤ ਮਾਡਲ 'ਚ ਉਹਨਾਂ ਨੇ ਐਗਰੀਮੈਂਟ 'ਚ ਲਿਖਿਆ ਹੋਇਆ, ਜਦੋਂ ਸਾਨੂੰ ਬਿਜਲੀ ਦੀ ਲੋੜ ਹੋਏਗੀ ਸਭ ਤੋਂ ਪਹਿਲਾਂ ਸਾਨੂੰ ਦਿਓਗੇ ਗੁਜਰਾਤ ਨੂੰ, ਫਿਰ ਤੁਹਾਡੀ ਬਿਜਲੀ ਕਿਤੇ ਹੋਰ ਜਾਊਗੀ ਜੇ ਪ੍ਰਾਈਵੇਟ ਪਰਪਸ 'ਚ ਵਰਤਣੀ ਹੈ। ਜਦੋਂ ਲੋੜ ਹੋਏਗੀ, ਜਦੋਂ ਲੋੜ ਨਹੀਂ ਹੈ ਤੁਸੀਂ ਜਿੱਥੇ ਮਰਜ਼ੀ ਵੇਚੋ। ਜਿਵੇਂ ਹੁਣ ਝੋਨੇ ਦੇ ਸੀਜ਼ਨ 'ਚ ਲੋੜ ਹੈ, ਤਾਂ ਝੋਨੇ ਦੇ ਸੀਜ਼ਨ ਦੇ ਅੰਦਰ ਬਿਜਲੀ ਪੂਰੀ ਮਿਲਣੀ ਚਾਹੀਦੀ ਸੀਗੀ, ਪਰ ਝੋਨੇ ਦੇ ਸੀਜ਼ਨ 'ਚ ਬਿਜਲੀ ਪੂਰੀ ਨਹੀਂ ਮਿਲ ਰਹੀ। ਇਸ ਕਰਕੇ ਗੁਜਰਾਤ ਮਾਡਲ ਕਰਦੇ ਨੇ ਪੰਜਾਬ ਦੇ ਅਫਸਰ ਤੇ ਪੰਜਾਬ ਦੇ ਲੀਡਰ, ਪਰ ਗੁਜਰਾਤ ਮਾਡਲ ਦੇ ਵਿੱਚ ਇਹ ਵੀ ਸ਼ਰਤ ਸੀ, ਤੁਸੀਂ ਇਸ ਐਗਰੀਮੈਂਟ 'ਚ ਕਿਉਂ ਨਹੀਂ ਪਾਈ? ਯਾਨੀ ਜੋ ਕੰਪਨੀਆਂ ਕਹੋਗੇ ਉਹੀ ਕਰ ਦੋਗੇ। ਤਾਂ ਉਹ ਐਗਰੀਮੈਂਟ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਸੀ। ਹੁਣ ਉਹ ਕਿਉਂਕਿ ਐਗਰੀਮੈਂਟ ਅਗਲੇ ਸੁਪਰੀਮ ਕੋਰਟ ਚਲੇ ਜਾਂਦੇ ਨੇ, ਕੋਰਟਾਂ ਚਲੇ ਜਾਂਦੇ ਨੇ, ਐਗਰੀਮੈਂਟ ਨੂੰ ਤੋੜਨਾ ਉਹ ਵਿਧਾਨ ਸਭਾ ਸੈਸ਼ਨ ਬੁਲਾ ਕੇ ਕਰ ਸਕਦੇ ਨੇ। ਸੈਸ਼ਨ ਵਿਧਾਨ ਸਭਾ ਦਾ ਕੌਣ ਬੁਲਾਵੇ? ਇਸ ਕਰਕੇ ਮਸਲਾ ਗਾ ਜੀ। ਕੀ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਇਹ ਪਾਵਰ ਪੋਲਿਟਿਕਸ ਕੀਤੀ ਹੈ ਉਹਨਾਂ ਦੇ ਕੰਮ ਆ ਜਾਏਗੀ ਵਿਧਾਨ ਸਭਾ 'ਚ, ਉਹਨਾਂ ਦੀ ਸਰਕਾਰ ਬਣ? ਦੇਖੋ, ਹਰ ਬੰਦਾ ਜਦੋਂ ਕੋਈ ਵੀ ਦਾ ਖੇਡਦਾ ਸਿਆਸਤ 'ਚ, ਉਹ ਕੇਜਰੀਵਾਲ ਨੇ, ਅਕਾਲੀ ਨੇ, ਕਾਂਗਰਸ ਆ, ਬੀਜੇਪੀ ਆ, ਇਹ ਸੋਚ ਕੇ ਖੇਡਦਾ। ਮੈਂ ਇੱਕ ਗੱਲ ਵਾਰ-ਵਾਰ ਕਹੀ ਕਿ ਚਾਹੇ ਅਕਾਲੀ 200 ਦੇ ਰਹੇ ਸੀ, ਉਹ ਵੀ ਵਧੀਆ ਗੱਲ ਸੀ। ਦੇਖੋ, ਪਾਵਰ ਪਰਚੇਜ਼ ਐਗਰੀਮੈਂਟ ਨੂੰ ਲੈ ਕੇ ਉਹਨਾਂ 'ਤੇ ਸਵਾਲ ਉੱਠਦੇ ਨੇ ਅਕਾਲੀਆਂ 'ਤੇ, ਪਰ 200 ਯੂਨਿਟ ਦੇ ਰਹੇ ਸੀ, ਉਹ ਵੀ ਚੰਗੀ ਗੱਲ ਸੀ। ਕਾਂਗਰਸ ਦੇ ਰਹੀ ਆ, ਉਹ ਵੀ ਚੰਗੀ ਗੱਲ ਹੈ। ਕੇਜਰੀਵਾਲ 300 ਕਹਿ ਰਿਹਾ, ਉਹ ਵੀ ਚੰਗੀ ਗੱਲ ਆ। ਕਿਸੇ ਵੀ ਗਰੀਬ ਦਾ ਭਲਾ ਹੋਵੇ, ਉਹਦੇ ਲਈ ਅਸੀਂ ਸਭ ਤੋਂ ਅੱਗੇ ਹੋਣਾ ਚਾਹੀਦਾ। ਗਰੀਬ ਦਾ ਭਲਾ, ਸਰਕਾਰਾਂ ਨੂੰ ਗਰੀਬਾਂ ਲਈ ਕੰਮ ਕਰਨਾ ਚਾਹੀਦਾ ਗਾ। ਪਰ ਰਾਜਨੀਤੀ ਸਭ ਦੀ ਹੁੰਦੀ ਹੈ। ਰਾਜਨੀਤੀ ਦੇ ਜ਼ਰੀਏ, ਕਿਉਂਕਿ ਉਹਨਾਂ ਕੋਲ ਇੱਕ ਮਾਡਲ ਆ ਕੇਜਰੀਵਾਲ ਕੋਲ ਤਾਂ ਇੱਕ ਮਾਡਲ ਆ ਨਾ ਦਿੱਲੀ 'ਚ, ਉਸ ਮਾਡਲ ਦੇ ਉੱਤੇ ਪੂਰੀ ਰਾਜਨੀਤੀ ਖੜੀ ਕਰਦੇ ਆ। ਉਹ ਮਾਡਲ ਕਹਿੰਦੇ ਕਿ ਆਹ ਦੇਖੋ, ਉੱਥੇ ਬਿਜਲੀ, ਪਾਣੀ, ਸਕੂਲ ਦਾ ਉਹ ਪੂਰਾ ਇੱਕ ਮਾਡਲ ਦਿੰਦੇ ਨੇ। ਹੈਲਥ, ਬਿਜਲੀ, ਪਾਣੀ, ਸਕੂਲ, ਜਿਹੜੇ 4 ਚੀਜ਼ਾਂ ਨੇ, ਉਹਦੇ 'ਤੇ ਉਹਨਾਂ ਨੂੰ ਉੱਥੇ ਰਿਸਪੌਂਸ ਬਹੁਤ ਤਕੜਾ ਮਿਲਿਆ। ਤੇ ਇਸ ਕਰਕੇ ਇੱਥੇ ਵੀ ਉਹ ਚਾਹੁੰਦੇ ਨੇ ਕਿ ਬਿਜਲੀ ਦਾ ਮੁੱਦਾ ਲੋਕਾਂ ਦੇ, ਬਿਲਕੁਲ ਲੋਕ ਬਹੁਤ ਦੁਖੀ ਨੇ, ਤਰਸਦੇ ਨੇ। ਪਰ ਮੇਨ ਮਸਲਾ ਇਹ ਹੈ ਕਿ ਜਦੋਂ ਤੱਕ ਪਾਵਰ ਪਰਚੇਜ਼ ਐਗਰੀਮੈਂਟ, ਬਿਜਲੀ ਦਾ ਉਹ ਜਿਹੜਾ ਮੈਂ ਕਹਿ ਰਿਹਾ ਗਾ ਕਿ ਇਲੈਕਟ੍ਰਿਸਿਟੀ ਡਿਊਟੀ ਹੈ ਜਿਹੜੀ ਦਿੱਲੀ 'ਚ 5% ਹੈ, ਇੱਥੇ 15%, ਜਦੋਂ ਤੱਕ ਉਹ ਨਹੀਂ ਹੁੰਦੀ,
ਬਿਜਲੀ ਸਸਤੀ ਕਰਨ ਦਾ ਕਨਸੈਪਟ ਲੈ ਕੇ ਆਓ। ਜੋ ਤੁਸੀਂ 300 ਕਹਿਤਾ ਵਧੀਆ ਗੱਲ ਆ, ਪਰ ਜੋ ਤੁਸੀਂ ਕਿਹਾ ਅਸੀਂ ਕਰਾਂਗੇ ਜਦੋਂ ਆਵਾਂਗੇ, ਅੱਜ ਹੀ ਪਾਰਟੀਆਂ ਨੂੰ ਕਹਿਣਾ ਚਾਹੀਦਾ ਕਿ ਅਸੀਂ ਪਾਵਰ ਪਰਚੇਜ਼ ਐਗਰੀਮੈਂਟ ਰਿਵਿਊ ਕਰਾਂਗੇ। ਰੱਦ ਨਹੀਂ ਕਰਾਂਗੇ, ਰਿਵਿਊ ਤਾਂ ਕਹਿ ਸਕਦੇ ਆ। ਉਸ ਕਾਰਪੋਰੇਟ ਨੂੰ ਕਹਿ ਸਕਦੇ ਆ ਕਿ ਭਾਈ ਰਿਵਿਊ ਕਰਾਂ, ਜਦੋਂ ਆਉਂਦੇ ਆ ਕਰਨ। ਕੋਈ ਵੀ ਆਉਂਦਾ, ਜਿਹੜੀ ਵੀ ਪਾਰਟੀ ਸੱਤਾ 'ਚ ਆਉਂਦੀ ਹੈ, ਅਕਾਲੀ ਵੀ ਇਸ ਗੱਲ ਨੂੰ ਕਹਿ ਸਕਦੇ ਹੈਗੇ, ਅਕਾਲੀ ਵੀ ਕਹਿ ਸਕਦੇ ਆ ਕਿ ਅਸੀਂ ਕਰਾਂਗੇ, ਕੋਈ ਵੀ ਕਹੇ, ਪਰ ਗੱਲ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ। ਪੋਲੀਟਿਕਸ ਆਪਣੀ ਥਾਂ ਤੇ ਚੱਲਦੀ ਰਹੇ, ਪੋਲੀਟਿਕਸ ਕਰਨ ਨੂੰ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ। ਅਕਾਲੀਆਂ, ਕਾਂਗਰਸੀਆਂ, ਆਪ ਤੇ ਬੀਜੇਪੀ ਨੂੰ, ਇਹਨਾਂ ਨੇ ਪੋਲੀਟਿਕਸ ਆਪਣੀ ਕਰੀ ਜਾਣੀ ਹੈ। ਪੋਲੀਟਿਕਸ ਪ੍ਰੋ ਪੀਪਲ ਹੋਵੇ, ਲੋਕ ਪੱਖੀ ਹੋਵੇ, ਲੋਕਾਂ ਦੇ ਨਾਲ ਹੋਵੇ, ਲੋਕਾਂ ਨੂੰ ਮਾਣ ਹੋਵੇ ਉਸ ਪੋਲੀਟਿਕਸ ਤੇ। ਯਾਰ ਕੀਤੀ ਹੈ, ਸਾਡੇ ਲਈ ਕੀਤੀ ਹੈ। ਪਾਵਰ ਪਰਚੇਜ਼ ਐਗਰੀਮੈਂਟ ਸਾਡੇ ਲਈ ਰੱਦ ਕੀਤੀ, ਇਲੈਕਟ੍ਰੀਸਿਟੀ ਡਿਊਟੀ ਸਾਡੇ ਲਈ ਖਤਮ ਕੀਤੀ, ਬਿਜਲੀ ਸਸਤੀ ਸਾਡੇ ਲਈ ਕੀਤੀ। ਸਸਤੀ ਬਿਜਲੀ ਦਾ ਕਨਸੈਪਟ ਲਿਆਉਣਾ ਚਾਹੀਦਾ। ਸਸਤੀ ਬਿਜਲੀ ਕਿਵੇਂ ਕੀਤੀ ਜਾ ਸਕਦੀ ਹੈ? ਪਾਵਰ ਪਰਚੇਜ਼ ਐਗਰੀਮੈਂਟ ਰਿਵਿਊ ਹੋਣ, ਔਰ ਨਾਲ ਦੀ ਨਾਲ ਹੀ ਦਿੱਲੀ ਦਾ ਜਿਵੇਂ ਕਹਿਣਾ ਮੈਂ 5% ਉੱਥੇ ਇਲੈਕਟ੍ਰੀਸਿਟੀ ਡਿਊਟੀ ਹੈ, ਇੱਥੇ ਕਿਉਂ ਨਹੀਂ ਕੀਤੀ ਜਾ ਸਕਦੀ 5%? 15% ਸਿੱਧਾ ਘੱਟ ਜੂ, 10 ਕਰ ਦੋ, ਉਰੇ 10 ਘੱਟ ਜੂ ਜੀ, ਉਰੇ 20% ਆ। ਤਾਂ ਇਹ ਸਾਰੀਆਂ ਚੀਜ਼ਾਂ ਬਾਰੇ ਮਤਲਬ ਇਹਦਾ ਵਾਅਦਾ ਕਰ ਸਕਦੇ ਨੇ ਉਹ ਆਉਣ ਵਾਲੇ ਸਮੇਂ ਦੇ ਅੰਦਰ, ਇਹਦਾ ਵਾਅਦਾ ਕਰ ਸਕਦੇ ਆ ਕੋਈ ਵੀ ਪਾਰਟੀ ਕਰੇ। ਇਹਦਾ ਅਗਰ ਵਾਅਦਾ ਕਰੇਗੀ ਤਾਂ ਪੰਜਾਬ ਦੇ ਲੋਕ ਉਹ 'ਤੇ ਵਿਸ਼ਵਾਸ ਕਰਨਗੇ, ਪੰਜਾਬ ਦੇ ਲੋਕ ਉਹਦੇ ਨਾਲ ਖੜੇ ਹੋਣਗੇ। ਜਿਹੜੀ ਵੀ ਪਾਰਟੀ ਲੋਕਾਂ ਬਾਰੇ ਸੋਚਦੀ ਹੈ, ਲੋਕ ਹਮੇਸ਼ਾ ਉਹਦੇ ਨਾਲ ਖੜੇ ਹੁੰਦੇ ਆਏ ਨੇ। ਜਿਹੜਾ ਵੀ ਲੀਡਰ ਲੋਕਾਂ ਲਈ ਲੜਦਾ, ਲੋਕਾਂ ਨੂੰ ਪਤਾ ਹੁੰਦਾ ਸਾਡੇ ਲਈ ਲੜ ਰਿਹਾ, ਇਮਾਨਦਾਰੀ ਨਾਲ ਲੜ ਰਿਹਾ। ਜਿਹੜਾ ਲੀਡਰ ਲੋਕਾਂ ਲਈ ਲੜਦਾ ਉਹਨੂੰ ਲੋਕ ਲੀਡਰ ਮੰਨਦੇ ਆ। ਦੂਜਾ ਜਿੰਨਾ ਮਰਜ਼ੀ ਲੀਡਰ ਬਣਦਾ ਰਹੇ, ਉਹਨੂੰ ਲੀਡਰ ਨਹੀਂ ਮੰਨਦੇ ਲੋਕ। ਜਦੋਂ ਤੱਕ ਲੀਡਰਸ਼ਿਪ ਨਹੀਂ ਹੋਏਗੀ, ਕੋਈ ਮੈਨੇਜਮੈਂਟ ਨਹੀਂ ਚੱਲੇਗੀ, ਕੋਈ ਵਾਅਦੇ ਨਹੀਂ ਚੱਲਣਗੇ, ਕੋਈ ਪ੍ਰਸ਼ਾਂਤ ਕਿਸ਼ੋਰ ਆਈਡੀਆ ਨਹੀਂ। ਸਭ ਤੋਂ ਪਹਿਲੀ ਚੀਜ਼ ਲੀਡਰਸ਼ਿਪ ਹੁੰਦੀ ਆ, ਸਭ ਤੋਂ ਪਹਿਲੀ ਚੀਜ਼ ਰਾਜਨੀਤੀ ਹੈ, ਸਭ ਤੋਂ ਪਹਿਲੀ ਚੀਜ਼ ਉਹ ਲੀਡਰ ਹੁੰਦਾ ਜਿਹਦੇ ਆਲੇ ਦੁਆਲੇ ਚੀਜ਼ਾਂ ਘੁੰਮਦੀਆਂ ਨੇ। ਜਦੋਂ ਤੱਕ ਉਹ ਨਹੀਂ ਹੋਏਗੀ, ਉਹ ਕੋਈ ਧੜੱਲੇ ਲਾ ਕੇ ਨਹੀਂ ਕਹੇਗਾ ਕਿ ਹਾਂ ਯਾਰ, ਤਾਂ ਲੋਕ ਮੰਨਦੇ ਹੈਗੇ। ਇਸ ਕਰਕੇ ਇਹ ਸਾਰੀਆਂ ਚੀਜ਼ਾਂ, ਸਾਰੀਆਂ ਪਾਰਟੀਆਂ ਨਾਲ, ਲੋਕਾਂ ਨੂੰ ਵੀ ਮੈਂ ਕਹੂੰਗਾ, ਲੋਕ ਆਉਣ ਵਾਲੇ ਦਿਨਾਂ ਜਵਾਬਦੇਹ ਬਣਾਉਣੇ ਇਹਨਾਂ ਨੂੰ। ਲੋਕ ਇਹਨਾਂ ਦੇ ਉੱਤੇ ਪ੍ਰੈਸ਼ਰ ਰੱਖਣ, ਸਾਰੀਆਂ ਪਾਰਟੀਆਂ ਤੇ। ਲੋਕਤੰਤਰ ਨਾਲ ਨੂੰ ਲੋਕ ਬਿਹਤਰ ਕਰਦੇ ਨੇ, ਲੋਕਾਂ ਦੇ ਪਾਰਟੀਸਪੇਸ਼ਨ ਨਾਲ ਬਿਹਤਰ ਹੁੰਦਾ। ਜਦੋਂ ਲੋਕ ਆਪਣੇ ਆਪ ਤਰੀਕੇ ਨਾਲ ਪਾਰਟੀਸਪੇਟ ਕਰਨਗੇ, ਪ੍ਰੈਸ਼ਰ ਬਿਲਡ ਕਰਨਗੇ, ਤਾਂ ਚੀਜ਼ਾਂ ਟਰੈਕ ਤੇ ਆਉਣਗੀਆਂ। ਔਰ ਚੀਜ਼ਾਂ ਟਰੈਕ ਤੇ ਆਉਣੀਆਂ ਚਾਹੀਦੀਆਂ ਨੇ। ਜਿਹੜੇ ਵੀ ਵਾਅਦੇ ਕਰ ਰਹੇ ਨੇ ਉਹਨਾਂ ਨੂੰ ਨਿਭਾਉਣ। ਜਿਹੜੇ ਵਾਅਦੇ ਕਰ ਰਹੇ ਆ, ਆਹ ਵਾਅਦਾ ਜਿਵੇਂ ਕੀਤਾ ਕੇਜਰੀਵਾਲ ਨੇ, ਠੀਕ ਵਾਅਦਾ, ਹੋਰ ਵੀ ਕੋਈ ਕਰੇਗਾ। ਹੋ ਸਕਦਾ ਕੱਲ੍ਹ ਨੂੰ ਅਕਾਲੀ ਕਹਿ ਦੇਣ ਅਸੀਂ 400 ਕਰਦੇ ਹਾਂ, ਕਾਂਗਰਸ ਕਹਿੰਦੇ ਸੀ 500। ਵਾਅਦੇ ਕਰਨ ਲਈ ਵਾਅਦੇ ਨਾ ਕਰੋ, ਵਾਅਦੇ ਨਿਭਣ ਲਈ ਵਾਅਦੇ ਕਰੋ। ਮੈਂ ਤਾਂ ਕਹਿੰਦਾ ਇਲੈਕਸ਼ਨ ਜਿਹੜਾ ਮੈਨੀਫੈਸਟੋ ਆ, ਉਹ ਲੀਗਲ ਡਾਕੂਮੈਂਟ ਬਣਨਾ ਚਾਹੀਦਾ, ਉਹ ਕਾਨੂੰਨੀ ਦਸਤਾਵੇਜ਼ ਬਣਨਾ ਚਾਹੀਦਾ ਕਿ ਜੋ ਵਾਅਦਾ ਕੀਤਾ ਉਹ ਪੂਰਾ ਹੋਵੇ। ਤਾਂ ਬੇਸ਼ੱਕ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਵਿੱਚ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ, ਪਰ ਮੁਫਤ ਬਿਜਲੀ ਤੋਂ ਇਲਾਵਾ ਪਾਵਰ ਪਰਚੇਜ਼ ਤੇ ਇਲੈਕਟ੍ਰੀਸਿਟੀ ਰੇਟ ਵੀ ਬਿਜਲੀ ਨਾਲ ਜੁੜੇ ਹੋਏ ਮੁੱਦੇ ਨੇ, ਜਿਨ੍ਹਾਂ ਵੱਲ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ।